स्वागत है तुहाडा सारिਆਂ ਦਾ ਜਿਹੜੇ ਸਾਨੂੰ देश प्रदेश टीवी ਤੇ ਵੇਖ ਰਹੇ ਨੇ ਤੇ ਸਾਡਾ ਸਾਰੇ ਉਹਨਾਂ ਸਰੋਤਿਆਂ ਦਾ ਜਿਹੜੇ ਸਾਨੂੰ ਰੈਡ FM ਚੈਨਲ ਤੇ ਸੁਣਦੇ ਵੀ ਨੇ। ਮੈਂ ਮਨਪ੍ਰੀਤ ਰੰਧਾਵਾ। ਦੋਸਤੋ ਅੱਜ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਗੱਲ ਕਰਨ ਜਾ ਰਹੇ ਹਾਂ ਜਿਹਦੇ ਬਾਰੇ ਹੋ ਸਕਦਾ ਤੁਸੀਂ ਪਹਿਲਾਂ ਵੀ ਕਈ ਵਾਰੀ ਸੁਣ ਚੁੱਕੇ ਹੋ। ਉਹਨਾਂ ਦਾ ਲਗਭਗ 4 ਦਹਾਕਿਆਂ ਤੋਂ ਲਗਾਤਾਰ ਉਹ ਲਾਇਰ ਨੇ, बड़े ਵੱਡੇ ਉਹਨਾਂ ਨੇ ਲੀਗਲ ਮੈਟਰਸ ਲੜੇ ਨੇ। ਉਹ ਆਪ ਇੱਕ ਇਸ ਤਰ੍ਹਾਂ ਦੇ ਲੀਗਲ ਇਲੂਮੀਨਰੀ ਦੇ ਆਪ ਬੇਟੇ ਨੇ, ਜਸਟਿਸ ਅਜੀਤ ਸਿੰਘ ਬੈਂਸ, ਜਿਨ੍ਹਾਂ ਦਾ ਮਨੁੱਖੀ ਅਧਿਕਾਰਾਂ 'ਤੇ ਕੰਮ ਬਹੁਤ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ। ਰਾਜਵਿੰਦਰ ਸਿੰਘ ਬੈਂਸ ਉਹਨਾਂ ਦੀ ਮੈਂ ਗੱਲ ਕਰ ਰਿਹਾ। ਵਾਹਿਦ ਇੱਕ ਇਸ ਤਰ੍ਹਾਂ ਦੇ ਲਾਇਰ ਨੇ ਜਿਹੜੇ ਕੈਨੇਡਾ ਦੇ ਵਿੱਚ ਜਦੋਂ ਕਨਿਸ਼ਕਾ ਬੰਬਿੰਗ ਕਾਂਡ ਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਸੀ ਉਸ ਦੌਰਾਨ ਵੀ ਜਾ ਕੇ ਉੱਥੇ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਐਂਡ ਹੀ ਡਿਮਾਂਡਡ ਜਸਟਿਸ ਫॉर द ਪੀਪਲ who were killed in that mishap। ਉਸ ਤੋਂ ਬਾਅਦ ਪਿਛਲੇ ਸਾਲ ਵਾਸ਼ਿੰਗਟਨ DC ਦੇ ਵਿੱਚ ਕੈਪੀਟਲ ਹਿੱਲ ਦੇ ਵਿੱਚ ਵੀ ਉਹਨਾਂ ਨੂੰ ਬੁਲਾਇਆ ਗਿਆ, ਜਿੱਥੇ ਉਹਨਾਂ ਨੇ ਇੱਕ ਉਹਨਾਂ ਦੀ ਡਿਸਕਸ਼ਨ ਸੀ, ਇੱਕ ਉਹਨਾਂ ਨੇ ਲੈਕਚਰ ਦਿੱਤਾ, ਇੱਕ ਸਪੀਚ ਕੀਤੀ ਤਾਂ ਕਿ ਲੋਕਾਂ ਨੂੰ ਸਾਰੀਆਂ ਚੀਜ਼ਾਂ ਨਾਲ ਅਵਗਤ ਤੇ ਜਾਣੂ ਕਰਵਾਇਆ ਜਾ ਸਕੇ। ਲੇਕਿਨ ਅੱਜ ਅਸੀਂ ਗੱਲ ਕਰਨੀ ਆ ਕੱਲ੍ਹ ਜਿਹੜੇ ਸੁਪਰੀਮ ਕੋਰਟ ਨੇ ਇੱਕ ਫੈਸਲਾ ਲਿਆ, ਖੇਤੀਬਾੜੀ ਕਾਨੂੰਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਖੇਤੀਬਾੜੀ ਕਾਨੂੰਨ ਜਿਹੜੇ ਆ ਉਹ ਰੋਕ ਲਿੱਤੇ ਗਏ ਆ, ਇੱਕ ਇੰਟੈਰਿਮ ਆਰਡਰ ਆ। ਉਸ ਤੋਂ ਬਾਅਦ ਜਿਹੜਾ ਅਗਲਾ ਆਦੇਸ਼ ਆਏਗਾ ਉਹਦੇ ਵਿੱਚ ਕੀ ਫੈਸਲਾ ਹੁੰਦਾ ਉਸ ਬਾਰੇ ਤਾਂ ਆਪਾਂ ਬਾਅਦ 'ਚ ਜਾਣਕਾਰੀ ਲਵਾਂਗੇ। ਪਹਿਲਾਂ ਆਪਾਂ ਗੱਲ ਕਰਦੇ ਹਾਂ, ਆਓ ਮਿਲਦੇ ਹਾਂ ਰਾਜਵਿੰਦਰ ਸਿੰਘ ਬੈਂਸ ਉਹਨਾਂ ਨੂੰ, ਸੀਨੀਅਰ ਲਾਇਰ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ। ਉਹਨਾਂ ਤੋਂ ਜਾਣਦੇ ਹਾਂ ਬਰੀਕੀਆਂ ਕਿ ਇਸ ਦੀਆਂ ਪਚੀਦੀਆਂ ਕੀ ਨੇ ਇਸ ਕਾਨੂੰਨ ਦੀਆਂ, ਇਸ ਆਰਡਰ ਨੂੰ, ਕਿਉਂਕਿ ਉਹਨਾਂ ਕੋਲ ਮੈਂ ਦੇਖ ਰਿਹਾ ਸੀ 11 ਪੰਨਿਆਂ ਦਾ ਜਿਹੜਾ ਆਰਡਰ ਆ ਸੁਪਰੀਮ ਕੋਰਟ ਦਾ, 3 ਜੱਜਿਸ ਦੀ ਉਹ ਬੈਂਚ ਆ, ਉਹ 'ਚ ਤੁਹਾਨੂੰ ਪਤਾ ਚੀਫ ਜਸਟਿਸ ਆਫ ਇੰਡੀਆ ਐਸ.ਏ. ਬੋਬਡੇ ਉਹਨੂੰ ਹੈਡ ਕਰ ਰਹੇ ਨੇ। ਉਹਨਾਂ ਕੋਲ ਆਰਡਰ ਆ ਗਿਆ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਕਿ ਇਹ ਸਾਰਾ ਕੁਛ ਹੈ। ਧੰਨਵਾਦ ਤੁਹਾਡਾ ਬੈਂਸ ਸਾਹਿਬ ਦੇਸ਼ ਪ੍ਰਦੇਸ਼ TV ਦੇ ਵਿੱਚ। ਬੈਂਸ ਸਾਹਿਬ ਮੈਂ ਦੇਖ ਰਿਹਾ ਸੀ ਤੁਹਾਡੇ ਕੋਲ ਜਿਹੜੀ ਆਲਰੇਡੀ ਹੈ ਜਜਮੈਂਟ ਇਸ ਟਾਈਮ ਆਰਡਰ ਜਿਹੜਾ ਹੈਗਾ 3 ਜੱਜਿਸ ਦੀ ਬੈਂਚ ਦਾ, ਜਿਹਦੇ ਵਿੱਚ ਐਸ.ਏ. ਬੋਬਡੇ ਚੀਫ ਜਸਟਿਸ ਆਫ ਇੰਡੀਆ ਖੁਦ ਜਿਹੜੇ ਆ ਉਹਨੂੰ ਹੈਡ ਕਰ ਰਹੇ ਨੇ, ਉਹ ਪਹੁੰਚ ਚੁੱਕਾ। ਸਾਡੇ ਦਰਸ਼ਕਾਂ ਨੂੰ ਇਹ ਸਮਝਾਓ ਕਿ ਇਸ ਆਰਡਰ ਦੇ ਵਿੱਚ ਕੀ ਹੈ, ਕਿਸ ਤਰ੍ਹਾਂ ਤੁਸੀਂ ਇਹ ਉਹਨਾਂ ਲਈ ਬ੍ਰੇਕਅਪ ਦੇ ਸਕਦੇ ਹੋ ਜੀ। ਇਸ ਆਰਡਰ ਦੇ ਵਿੱਚ ਇੱਕ ਤਾਂ ਹੈ ਕਿ ਉਹਨਾਂ ਨੇ 3 ਰਿਲੀਫਸ ਦਿੱਤੀਆਂ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਦ ਤੱਕ ਫਾਈਨਲ ਆਰਡਰ ਨਹੀਂ ਹੁੰਦਾ ਇਸ ਦੌਰਾਨ ਉਹਨਾਂ ਨੇ 3 ਥਾਨੋਂ ਫਾਰਮਰਸ ਦੀ ਡਿਮਾਂਡ ਮੰਨ ਲਈ ਹੈ। ਉਹਨਾਂ ਨੇ ਤਿੰਨੋਂ ਕਾਨੂੰਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਰੋਕ ਦਿੱਤੀ ਹੈ। ਹੁਣ ਹੈ ਕਿ ਜੇ ਪ੍ਰੈਕਟੀਕਲੀ ਦਾ ਮਤਲਬ ਹੈ ਕਿ ਤਿੰਨੋਂ ਕਾਨੂੰਨ ਐਜ਼ ਔਨ ਟੂਡੇ ਲੋਕਾਂ ਦੇ ਲਾਗੂ ਨਹੀਂ ਹੈ। ਦੂਸਰੀ ਉਹਨਾਂ ਨੇ ਕਿਹਾ ਕਿ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ, ਜਿਹੜਾ ਕਿ ਬੜੀ ਵੱਡੀ ਡਿਮਾਂਡ ਹੈ ਕਿਸਾਨਾਂ ਦੀ, ਉਹ ਜਿਸ ਤਰ੍ਹਾਂ ਪਹਿਲਾਂ ਸੀ ਉੱਦਾਂ ਹੀ ਰਹੇਗਾ। ਸਰਕਾਰ ਉਹਨੂੰ ਘਟਾਏਗੀ ਨਹੀਂ, ਵਧਾਏਗੀ ਨਹੀਂ, ਉਸ ਤਰ੍ਹਾਂ ਹੀ ਰਹੇਗਾ। ਤੀਸਰੀ ਉਹਨਾਂ ਨੇ ਗੱਲ ਕੀਤੀ ਹੈ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਨਾ ਕਬਜ਼ਾ ਅਤੇ ਨਾ ਟਾਈਟਲ ਉਹ ਬਦਲਿਆ ਜਾਏਗਾ ਇਹਨਾਂ ਕਾਨੂੰਨਾਂ ਦੇ ਤਹਿਤ। ਜਿਹੜਾ ਕਿ ਇੱਕ ਵੱਡਾ ਡਰ ਸੀ ਕਿ ਇਹਨਾਂ ਕਾਨੂੰਨਾਂ ਵਿੱਚ ਤੁਸੀਂ ਕੋਈ ਕੰਟਰੈਕਟ ਕਰ ਲਓਗੇ ਕੋਈ ਵੱਡੀ ਮਲਟੀਨੈਸ਼ਨਲ ਕੰਪਨੀ ਨਾਲ, ਔਰ ਜੇ ਤੁਸੀਂ ਨਹੀਂ ਉਹੋ ਜਿਹੀ ਫਸਲ ਦੇ ਸਕੇ ਤਾਂ ਪੈਸੇ ਉਹ ਦੇ ਦੇਣਗੇ, ਤਾਂ ਫਿਰ ਉਹ ਕੁਰਕੀ ਕਰਾ ਦੇਣਗੇ, ਤਾਂ ਫਿਰ ਉਹ ਕਿਸੇ ਹੋਰ ਪ੍ਰੋਸੀਡਿੰਗ ਸਟਾਰਟ ਕਰ ਦੇਣਗੇ, ਐਸਡੀਐਮ ਕੋਲ ਜਾ ਕੇ ਤੁਹਾਡੀ ਜ਼ਮੀਨ ਨੂੰ ਅਟੈਚ ਕਰਾ ਲੈਣਗੇ ਅਤੇ ਤੁਸੀਂ ਵਾਂਝੇ ਹੋ ਜਾਓਗੇ ਆਪਣੀ ਜ਼ਮੀਨ ਦਾ ਇਸਤੇਮਾਲ ਕਰਨ ਲਈ, ਆਪਣੇ ਪਰਿਵਾਰ ਦੇ ਅਨਾਜ ਲਈ ਵੀ ਜੀ। ਉਹ ਵੀ ਉਹਨਾਂ ਨੇ ਰੋਕ ਦਿੱਤਾ। ਸੋ ਜੇ ਤੁਸੀਂ ਪਿਓਰਲੀ ਕਾਨੂੰਨ ਦੀ ਦਿਸ਼ਾ ਨਾਲ ਦੇਖੋ ਤਾਂ ਇਹ ਚੰਗਾ ਆਰਡਰ ਹੈ ਜਦੋਂ ਸਾਨੂੰ ਇੰਟਰਮ ਆਰਡਰ ਮਿਲਦਾ, ਕਿਉਂਕਿ ਅਸੀਂ ਮੇਨ ਕੀ ਚਾਹੁੰਦੇ ਹਾਂ, ਅਸੀਂ ਚਾਹੁੰਦੇ ਕਿ ਕਾਨੂੰਨ ਖਤਮ ਹੋਣ, ਉਹ ਫਾਈਨਲ ਆਰਡਰ ਹੁੰਦਾ। ਤਾਂ ਉਹ ਜਿਹੜੀ ਫਾਈਨਲ ਰਿਲੀਫ ਐਂਡ ਵਿੱਚ ਮਿਲਣੀ ਸੀ ਉਹਨਾਂ ਨੇ ਪ੍ਰੈਕਟੀਕਲੀ ਸਾਨੂੰ ਸ਼ੁਰੂਆਤ ਵਿੱਚ ਹੀ ਦੇ ਦਿੱਤੀ ਹੈ ਜੀ। ਸੋ ਉਹਦੇ ਨਾਲ ਇੱਕ ਵੱਡਾ ਮਸਲਾ ਘੱਟੋ ਘੱਟ ਇਸ ਟਾਈਮ ਦੌਰਾਨ ਇਸ ਲਈ ਤਾਂ ਸੋਲਵ ਹੋ ਜਾਂਦਾ। ਫਿਰ ਉਹਨਾਂ ਨੇ 2 ਮਹੀਨੇ ਲਗਾ ਦਿੱਤੇ ਕਿ ਅਗਲੀ ਤਰੀਕ ਉਸ ਤੋਂ ਬਾਅਦ ਪਏਗੀ। ਫਿਰ ਉਹਨਾਂ ਨੇ ਕਮੇਟੀ ਬਣਾ ਦਿੱਤੀ। ਹੁਣ ਜਿਹੜਾ ਮੇਜਰ ਓਬਜੈਕਸ਼ਨ ਹੈ ਕਿਸਾਨਾਂ ਦਾ ਵੀ, ਸਾਡਾ ਵੀ ਤਾਂ ਮੇਰਾ ਵੀ, ਕਿ ਜਿਹੜੀ ਕਮੇਟੀ ਤੁਸੀਂ ਬਣਾਈ ਹੈ ਉਸ ਕਮੇਟੀ ਵਿੱਚ ਜਿਹੜੇ ਤੁਸੀਂ 4 ਬੰਦੇ ਪਾਏ ਹੈ ਉਹਨਾਂ ਦਾ ਬੜਾ ਪਬਲਿਕਲੀ ਉਹਨਾਂ ਨੇ ਸਟੈਂਡ ਲਿੱਤਾ ਹੋਇਆ ਕਿ ਕਾਨੂੰਨ ਠੀਕ ਨੇ। ਬੈਂਸ ਸਾਹਿਬ ਇਹ ਆਪਾਂ ਸਾਰੀਆਂ ਗੱਲਾਂ ਕਮੇਟੀ ਦੀਆਂ ਤੁਹਾਡੇ ਨਾਲ ਬਿਲਕੁਲ ਡਿਸਕਸ ਕਰਾਂਗੇ। ਜਿਹੜੇ 4 ਮੈਂਬਰ ਪਾਏ ਆ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ। ਪਹਿਲਾਂ ਮੈਂ ਥੋੜ੍ਹੀ ਜਿਹੀ ਇਸ ਇੰਟੈਰਿਮ ਆਰਡਰ ਬਾਰੇ ਤੁਹਾਡੇ ਤੋਂ ਜਾਣਨਾ, ਕਿਉਂਕਿ ਲੀਗਲ ਜਿਹੜੇ ਮਾਈਂਡ ਆ ਉਹ ਹੀ ਸਾਨੂੰ ਦੱਸ ਸਕਦੇ ਨੇ ਕਿ ਇਹਦਾ ਕੀ ਮਤਲਬ ਆ। ਹੁਣ ਤੁਸੀਂ ਦੇਖੋ ਕਿ ਇਹ ਇੰਟੈਰਿਮ ਆਰਡਰ ਆ, ਤੁਸੀਂ ਇਹਦੀਆਂ 3 ਗੱਲਾਂ ਵੀ ਦੱਸੀਆਂ ਕਿ ਇਹ ਬੜੀਆਂ ਵਧੀਆ ਨੇ, ਲੇਕਿਨ ਕਿਉਂਕਿ ਇਹ ਇੰਟੈਰਿਮ ਆ
ਤੁਹਾਨੂੰ ਕੀ ਲੱਗਦਾ ਕਿ ਫਾਈਨਲ ਜਿਹੜਾ ਆਰਡਰ ਆਏਗਾ ਉਸ 'ਚ ਵੀ ਇਹ ਸਾਰੇ ਰਿਲੀਫ ਰਹਿਣਗੇ ਜਾਂ ਹੋ ਸਕਦਾ ਕਿ ਆਰਡਰ ਬਿਲਕੁਲ ਵੱਖਰਾ ਹੋਵੇ? ਨਹੀਂ, ਉਹ ਤਾਂ ਹੁਣ ਕੋਈ ਵੀ ਨਹੀਂ ਦੱਸ ਸਕਦਾ। ਅਲਟੀਮੇਟਲੀ ਸਾਰੀ ਬਹਿਸ ਹੋਏਗੀ, ਐਵੀਡੈਂਸ ਹੋਏਗਾ, ਜੱਜਾਂ ਦੀ ਆਪਣੀ ਐਬਿਲਿਟੀ, ਇੰਟੈਗ੍ਰਿਟੀ ਸਾਰੀ ਟੈਸਟ ਹੋਏਗੀ ਤਾਂ ਫਿਰ ਉਹ ਫਾਈਨਲ ਜਜਮੈਂਟ ਆਏਗੀ ਜੀ। ਕਿਉਂਕਿ ਸਾਨੂੰ ਤਾਂ ਲੱਗਦਾ ਹੈ ਕਿ ਜਿਹੜਾ ਕੌਨਸਟੀਟਿਊਸ਼ਨਲ ਕੇਸ ਹੈ ਬੜਾ ਸਟਰੋਂਗ ਹੈ ਔਰ ਬੇਸਿਕ ਮੁੱਦੇ 'ਤੇ ਕਿ ਪਾਰਲੀਮੈਂਟ ਨੂੰ ਇਹ ਨਾ ਐਗਰੀਕਲਚਰ ਮੁੱਦਿਆਂ 'ਤੇ ਕਾਨੂੰਨ ਬਣਾਉਣ ਦੀ ਪ੍ਰੋਵੀਜ਼ਨ ਹੀ ਨਹੀਂ ਹੈ ਕੌਨਸਟੀਟਿਊਸ਼ਨ ਦੇ ਵਿੱਚ। ਸਾਰੀਆਂ ਪਾਵਰਾਂ ਐਗਰੀਕਲਚਰ ਮਸਲਿਆਂ ਦੀਆਂ ਸਟੇਟਸ ਕੋਲ ਹੈ। ਬਿਲਕੁਲ। ਤਾਂ ਇਸ ਕਰਕੇ ਕੰਕਰੈਂਟ ਲਿਸਟ ਵਿੱਚ ਇਹੋ ਜਿਹਾ ਕੋਈ ਨਹੀਂ ਹੈ। ਕੰਕਰੈਂਟ ਲਿਸਟ ਵਿੱਚ ਇੱਕ ਉੱਥੇ ਲਿਖਿਆ ਹੈ ਕਿ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਹੈ ਜ਼ਮੀਨ ਬਾਰੇ ਅਦਰ ਦੈਨ ਐਗਰੀਕਲਚਰ ਲੈਂਡ। ਤਾਂ ਜੇ ਅਦਰ ਦੈਨ ਐਗਰੀਕਲਚਰ ਲੈਂਡ ਤੁਸੀਂ ਐਕਸਕਲੂਡ ਕੀਤਾ ਹੈ ਤਾਂ ਫਿਰ ਤੁਸੀਂ ਕਿਵੇਂ ਕਾਨੂੰਨ ਬਣਾਈ ਜਾਂਦੇ ਜਿਹੜਾ ਜ਼ਮੀਨ ਨਾਲ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਫੂਡ ਗ੍ਰੇਨਸ ਦੀ ਗੱਲ ਕਰ ਰਹੇ ਹਾਂ, ਬਟ ਫੂਡ ਗ੍ਰੇਨਸ ਜ਼ਮੀਨ ਤੋਂ ਅਲੱਗ ਨਹੀਂ ਦੇਖਿਆ ਜਾ ਸਕਦਾ। ਜਦੋਂ ਤੁਸੀਂ ਕੰਟਰੈਕਟ ਕਰਦੇ ਹੋ, ਲੰਬਾ ਕੰਟਰੈਕਟ ਕਰਦੇ ਹੋ, ਤੁਹਾਡੀ ਜ਼ਮੀਨ ਦਾ ਕਬਜ਼ਾ ਵੀ ਉਹਨਾਂ ਕੋਲ ਚਲੇ ਜਾਂਦਾ। ਜੇ ਤੁਸੀਂ 10 ਸਾਲ ਜਾਂ 20 ਸਾਲ ਦੀ ਲੀਜ਼ ਕਰ ਲੈਂਦੇ ਹੈ ਕਿ ਅਸੀਂ ਉਹੀ ਕਪਾਹ ਉਗਾਵਾਂਗੇ ਜਾਂ ਗੇਹੂੰ ਉਗਾਵਾਂਗੇ ਤਾਂ ਤੁਹਾਡੀ ਆਜ਼ਾਦੀ ਖਤਮ ਹੋ ਜਾਂਦੀ। ਤੁਸੀਂ ਉੱਥੇ ਘਰ ਨਹੀਂ ਬਣਾ ਸਕਦੇ, ਤੁਸੀਂ ਰੁਕ ਨਹੀਂ ਸਕਦੇ, ਤੁਸੀਂ ਬੰਦ ਨਹੀਂ ਕਰ ਸਕਦੇ, ਤੁਸੀਂ ਚੇਂਜ ਨਹੀਂ ਕਰ ਸਕਦੇ, ਤੁਸੀਂ ਡਾਇਵਰਸੀਫਾਈ ਨਹੀਂ ਕਰ ਸਕਦੇ। ਸੋ ਪ੍ਰੈਕਟੀਕਲੀ ਤੁਹਾਡਾ ਜਿਹੜਾ ਲੈਂਡ ਦਾ ਯੂਜ਼ ਹੈ ਉਹ ਖਤਮ ਹੋ ਜਾਂਦਾ। ਉਸ ਦੇ ਬਾਵਜੂਦ ਵੀ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਪਾਵਰ ਹੈ। ਇਸ ਕਰਕੇ ਇਹੀ ਵੱਡਾ ਮੁੱਦਾ ਹੈਗਾ। ਸੁਪਰੀਮ ਕੋਰਟ ਕੋਲ ਵੀ ਬਹੁਤ ਵੱਡੀ ਬਹਿਸ ਇਸੇ 'ਤੇ ਹੋਏਗੀ ਕਿ ਪਾਰਲੀਮੈਂਟ ਕੋਲ ਪਾਵਰ ਸੀ ਇਹਨਾਂ ਕਾਨੂੰਨ ਬਣਾਉਣ ਦੀ ਜਾਂ ਨਹੀਂ। ਔਰ ਫਿਰ ਜਿਹੜਾ ਦੂਸਰਾ ਮੁੱਦਾ ਹੈ ਕਿ ਰਾਜ ਸਭਾ ਵਿੱਚ ਇਹਨਾਂ ਦੀ ਮੈਜੋਰਟੀ ਨਹੀਂ ਸੀ, ਫਿਰ ਵੀ ਧੱਕੇ ਨਾਲ ਇਹਨਾਂ ਨੇ ਪਾਸ ਕਰਾ ਲਿਆ। ਉਹ ਤਾਂ ਸਭ ਨੇ ਦੇਖਿਆ ਕਿ ਕਿੱਦਾਂ ਵੌਇਸ ਵੋਟਸ ਨਾਲ। ਤੁਸੀਂ ਬੈਂਸ ਸਾਹਿਬ ਗੱਲ ਕੀਤੀ ਹੈ ਕਿਉਂਕਿ ਦੇਖੋ ਦੋ ਮਸਲੇ ਅਲੱਗ-ਅਲੱਗ ਆ। ਇੱਕ ਤਾਂ ਕਿ ਇਹਨਾਂ ਕਾਨੂੰਨਾਂ ਦੀ ਇਹ ਕੌਨਸਟੀਟਿਊਸ਼ਨਲੀ ਜਿਹੜੇ ਹੈ ਪਾਸ ਕੀਤੇ ਗਏ ਜਾਂ ਅਨਕੌਨਸਟੀਟਿਊਸ਼ਨਲੀ, ਇਹ ਤਾਂ ਦਿਸ ਇਜ਼ ਅ ਸੈਪਰੇਟ ਥਿੰਗ। ਇੱਕ ਮਸਲਾ ਆ ਜਾਂਦਾ ਕਿ ਪੋਲਿਸੀ ਮੈਟਰ ਆ। ਹੁਣ ਪੋਲਿਸੀ ਮੈਟਰ ਇਹ ਆ ਕਿ ਕਾਨੂੰਨ ਬਣਾਤੇ ਆ, ਉਹ ਕਿਸਾਨਾਂ ਨੂੰ ਪਸੰਦ ਆਉਂਦੇ ਆ ਜਾਂ ਨਹੀਂ ਆਉਂਦੇ, ਜਾਂ ਉਹਨਾਂ ਦਾ ਅਧਿਕਾਰ ਆ ਅੰਦੋਲਨ ਕਰਨ ਦਾ, ਦਿਸ ਇਜ਼ ਅ ਡਿਫਰੈਂਟ ਮੈਟਰ। ਕੌਨਸਟੀਟਿਊਸ਼ਨਲੀ ਤੁਹਾਨੂੰ ਪਤਾ ਹੀ ਹੈ ਕਿ 5 ਜੱਜਿਸ ਦਾ ਜਿਹੜਾ ਬੈਂਚ ਹੋਏਗਾ ਜਾਂ 7 ਫੁੱਲ ਬੈਂਚ ਬੈਠੇਗਾ, ਉਹ ਕੌਨਸਟੀਟਿਊਸ਼ਨ ਦਾ ਇਹਦਾ ਡਿਸਾਈਡ ਕਰੇਗਾ ਕਿ ਆਪਾਂ ਕੋਈ ਫੈਸਲਾ ਲੈਣਾ ਜਾਂ ਨਹੀਂ ਲੈਣਾ। ਜਿਹੜੀ ਮੈਂ ਇਹ ਗੱਲ ਥੋੜ੍ਹੀ ਜਿਹੀ ਪੁੱਛਣਾ ਤੁਹਾਡੇ ਤੋਂ ਇਹ ਚਾਹੁੰਦਾ ਕਿ ਮੈਨੂੰ ਇਹ ਦੱਸੋ ਕਿ ਕੀ ਇਹ ਅਧਿਕਾਰ ਖੇਤਰ ਦੇ ਵਿੱਚ ਹੈ ਸੁਪਰੀਮ ਕੋਰਟ ਦੀ ਕਿ ਉਹ ਕਿਸੇ ਕਾਨੂੰਨ ਨੂੰ ਵੈਧ ਜਾਂ ਅਵੈਧ ਕਰਾਰ ਦੇ ਜਾਂ ਉਹਨੂੰ ਰੱਦ ਕਰ ਦੇ? ਜ਼ਿਆਦਾ ਸਭ ਤੋਂ ਵੱਡਾ ਮੇਨ ਫੰਕਸ਼ਨ ਸੁਪਰੀਮ ਕੋਰਟ ਦਾ ਇਹ ਹੈ। ਇਹਨੂੰ ਕਹਿੰਦੇ ਕੌਨਸਟੀਟਿਊਸ਼ਨਲ ਕੋਰਟ। ਤੁਸੀਂ ਕੌਨਸਟੀਟਿਊਸ਼ਨ ਪ੍ਰੋਟੈਕਟ ਵੀ ਕਰਨਾ, ਤੁਸੀਂ ਸਾਰੇ ਆਰਗਨਸ ਆਫ ਦਾ ਗਵਰਨਮੈਂਟ ਜਿਹੜੀ ਹੈ ਐਗਜ਼ੀਕਿਊਟਿਵ, ਜੁਡੀਸ਼ਰੀ, ਲੈਜਿਸਲੇਟਿਵ, ਪ੍ਰੈਸ ਤੇ ਬਾਕੀ ਲੋਕਾਂ ਨੂੰ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਕੌਨਸਟੀਟਿਊਸ਼ਨ ਦੇ ਮੁਤਾਬਿਕ ਚੱਲੋ ਐਂਡ ਉਹਨਾਂ ਨੂੰ ਕੌਨਸਟੀਟਿਊਸ਼ਨ ਦੇ ਮੁਤਾਬਿਕ ਉਹਨਾਂ ਦਾ ਬਿਹੇਵੀਅਰ ਬਦਲਣ ਲਈ ਉਹ ਹਰ ਤਰ੍ਹਾਂ ਦੀ ਡਾਇਰੈਕਸ਼ਨਾਂ ਦੇ ਸਕਦੇ ਨੇ। ਕੌਨਸਟੀਟਿਊਸ਼ਨ ਸੁਪਰੀਮ ਕੋਰਟ ਜਿਹਨੂੰ ਕਹਿੰਦੇ ਨੇ ਕੌਨਸਟੀਟਿਊਸ਼ਨ ਕੋਰਟ, ਉਹਦਾ ਮੇਨ ਕੰਮ ਇਹ ਹੈ ਕਿ ਤੁਸੀਂ ਪਾਰਲੀਮੈਂਟ ਜਾਂ ਸਟੇਟ ਲੈਜਿਸਲੇਚਰ ਬਣੇ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਟੈਸਟ ਕਰੋ, ਉਹਨਾਂ ਨੂੰ ਐਗਜ਼ਾਮਿਨ ਕਰੋ ਤੇ ਦੇਖੋ ਕਿ ਉਹ ਕਿਸੇ ਵੀ ਸਿਟੀਜ਼ਨ ਦੇ ਫੰਡਾਮੈਂਟਲ ਰਾਈਟ ਦੇ ਖਿਲਾਫ ਤਾਂ ਨਹੀਂ ਹੈ। ਹਾਂ, ਤੇ ਉਹ ਕਿਸ ਸੰਵਿਧਾਨ ਦੀ ਕੋਈ ਹੋਰ ਧਾਰਾ ਦੇ ਖਿਲਾਫ ਤਾਂ ਨਹੀਂ ਹੈ। ਤੇ ਫਿਰ ਉਹਨਾਂ ਨੂੰ ਜਾਂ ਵੈਧ ਕਰੋ ਜਾਂ ਉਹਨਾਂ ਨੂੰ ਇਨਵੈਲਿਡ ਕਰੋ, ਜਾਂ ਕਹੋਗੇ ਕਿ ਵੈਲਿਡ ਹੈ ਜਾਂ ਨਹੀਂ ਵੈਲਿਡ ਹੈ। ਔਰ ਕੋਈ ਵੀ ਬੰਦਾ ਡਾਇਰੈਕਟਲੀ ਸੁਪਰੀਮ ਕੋਰਟ 'ਚ ਜਾ ਸਕਦਾ ਜਿੱਥੇ ਫੰਡਾਮੈਂਟਲ ਰਾਈਟਸ ਦਾ ਕੰਸਰਨ ਹੈ। ਤੁਸੀਂ ਸਿੱਧੀ ਰਿਟ ਫਾਈਲ ਕਰ ਸਕਦੇ ਹੋ ਕਿ ਕਾਨੂੰਨ ਸੰਵਿਧਾਨ ਦੇ ਖਿਲਾਫ ਹੈ। ਇਸ ਕਰਕੇ ਸੁਪਰੀਮ ਕੋਰਟ ਦਾ ਮੇਨ ਕੰਮ ਹੈ ਇਹ ਜਿਹੜਾ ਬਾਰ-ਬਾਰ ਇਹ ਕਿਹਾ ਜਾਂਦਾ ਕਿ ਸੁਪਰੀਮ ਕੋਰਟ ਜੀ ਹੁਣ ਤੱਕ ਕਾਨੂੰਨ ਬਣ ਗਏ, ਕੁਝ ਨਹੀਂ ਹੋ ਸਕਦਾ, ਇਹ ਸਾਡੇ ਕੋਲ ਵਹਿਮ ਆਇਆ ਫਰੋਮ ਬ੍ਰਿਟਿਸ਼ ਟ੍ਰੈਡੀਸ਼ਨਸ ਤੋਂ। ਬ੍ਰਿਟਿਸ਼ ਦੇ ਵਿੱਚ ਕੋਈ ਕੌਨਸਟੀਟਿਊਸ਼ਨ ਨਹੀਂ ਹੈ। ਯੂਨਾਈਟਿਡ ਕਿੰਗਡਮ ਵਿੱਚ ਪਾਰਲੀਮੈਂਟ ਐਕਚੁਅਲੀ ਸੁਪਰੀਮ ਹੈ। ਉਹ ਜਿਹੜਾ ਕਾਨੂੰਨ ਬਣਾਉਂਦਾ ਕਿਸੇ ਵੀ ਤਰੀਕੇ ਨਾਲ ਸਵਾਏ ਪਾਰਲੀਮੈਂਟ ਆਪ ਹੀ ਉਹਨੂੰ ਖਤਮ ਕਰੇ, ਹੋਰ ਕੋਈ ਪਾਵਰ ਯੂਕੇ ਵਿੱਚ ਨਹੀਂ ਹੈ ਉਹਨੂੰ ਖਤਮ ਕਰਨ ਦੀ। ਮਗਰ ਜਿਹੜੀਆਂ ਕੌਨਸਟੀਟਿਊਸ਼ਨਲ ਰਿਪਬਲਿਕਸ ਹੈਗੇ ਜਿੱਥੇ ਆਲਰੇਡੀ ਕੌਨਸਟੀਟਿਊਸ਼ਨ ਹੈ, ਜਿੱਦਾਂ ਯੂਨਾਈਟਿਡ ਸਟੇਟਸ ਵਿੱਚ ਹੈਗਾ, ਕੈਨੇਡਾ ਵਿੱਚ ਹੈਗਾ, ਆਸਟ੍ਰੇਲੀਆ ਵਿੱਚ ਹੈਗਾ ਤੇ ਉਹਨਾਂ ਇੰਡੀਆ ਵਿੱਚ ਹੈਗਾ, ਉੱਥੇ ਕੌਨਸਟੀਟਿਊਸ਼ਨ ਇਜ਼ ਸੁਪਰੀਮ। ਤੇ ਜਿਹੜਾ ਆਰਗਨ ਕੌਨਸਟੀਟਿਊਸ਼ਨ ਨੂੰ ਇੰਟਰਪ੍ਰੇਟ ਕਰਦਾ ਉਹ ਸਭ ਤੋਂ ਪਾਵਰਫੁਲ ਆਰਗਨ ਬਣ ਜਾਂਦਾ। ਇੱਥੇ ਸੁਪਰੀਮ ਕੋਰਟ ਇੰਟਰਪ੍ਰੇਟ ਕਰ ਰਿਹਾ, ਹਰ ਜਗ੍ਹਾ ਸੁਪਰੀਮ ਕੋਰਟ ਇੰਟਰਪ੍ਰੇਟ ਕਰਦਾ ਕੌਨਸਟੀਟਿਊਸ਼ਨ ਨੂੰ। ਇਸ ਕਰਕੇ ਸਰਕਾਰ ਦਾ ਹਰ ਐਕਸ਼ਨ, ਐਡਮਿਨਿਸਟ੍ਰੇਟਿਵ ਐਕਸ਼ਨ ਵੀ ਤੇ ਜਿਹੜਾ ਪਾਰਲੀਮੈਂਟ ਦਾ ਹਰ ਕਾਨੂੰਨ ਵੀ, ਉਹਦੀ ਫਾਈਨਲ ਇੰਟਰਪ੍ਰੀਟੇਸ਼ਨ ਤੇ ਉਹਦੀ ਕੌਨਸਟੀਟਿਊਸ਼ਨੈਲਿਟੀ, ਉਹਦੀ ਲੀਗੈਲਿਟੀ ਅਲਟੀਮੇਟਲੀ ਸੁਪਰੀਮ ਕੋਰਟ ਟੈਸਟ ਕਰਦਾ। ਔਰ ਇਹ 70 ਸਾਲ ਤੋਂ ਅਸੀਂ ਬਹੁਤ ਕਾਨੂੰਨਾਂ ਨੂੰ ਇਨਵੈਲਿਡ ਕਿਹਾ, ਅਗੇਂਸਟ ਦਾ ਕੌਨਸਟੀਟਿਊਸ਼ਨ ਕਿਹਾ। ਇਹ ਬੜਾ ਰੂਟੀਨ ਜੁਡੀਸ਼ੀਅਲ ਪ੍ਰੋਸੈਸ ਹੈ। ਇਸ ਕਰਕੇ ਆਮ ਤੌਰ 'ਤੇ ਜੇ ਪਾਰਲੀਮੈਂਟ ਸਮਝਦਾਰ ਹੋਵੇ ਤਾਂ ਉਸ ਕਾਨੂੰਨ ਨੂੰ ਕੋਈ ਕੋਰਟ ਟੱਚ ਨਹੀਂ ਕਰਦਾ। ਜੇ ਉਹ 'ਤੇ ਪ੍ਰੋਪਰ ਡਿਬੇਟ ਹੋਈ ਹੋਵੇ, ਸਾਰੀਆਂ ਗਲਤੀਆਂ ਨਿਕਲ ਜਾਣ ਤਾਂ ਚੱਲਦਾ ਰਹਿੰਦਾ ਹੈ। ਮਗਰ ਇਹ ਬੜਾ ਕਾਮਨ ਹੈ ਇੱਥੇ। ਆਮ ਤੌਰ 'ਤੇ ਕਾਨੂੰਨ ਹੁਣ ਇਹੀ ਸਰਕਾਰ ਨੇ ਜੋ 2014 ਵਿੱਚ ਆ ਕੇ ਜੁਡੀਸ਼ੀਅਲ ਅਕਾਊਂਟੇਬਿਲਿਟੀ ਐਕਟ ਬਣਾਇਆ ਸੀ, ਉਹਨਾਂ ਨੇ ਕੌਨਸਟੀਟਿਊਸ਼ਨਲ ਅਮੈਂਡਮੈਂਟ ਵੀ ਕੀਤਾ ਸੀ। ਉਹਨਾਂ ਨੇ ਜੁਡੀਸ਼ੀਅਲ ਅਪਾਇੰਟਮੈਂਟ ਦਾ ਤਰੀਕਾ ਬਦਲਿਆ ਸੀ ਕਿ ਕਮਿਸ਼ਨ ਬੈਠੇਗਾ। ਉਹ ਤਰੀਕਾ ਨੂੰ ਸੁਪਰੀਮ ਕੋਰਟ ਨੇ 6-8 ਮਹੀਨੇ ਵਿੱਚ ਕਹਿਤਾ ਸੀ ਕਿ ਜਿਹੜਾ ਜੁਡੀਸ਼ੀਅਲ ਜਿਹੜਾ ਕੌਨਸਟੀਟਿਊਸ਼ਨਲ ਅਮੈਂਡਮੈਂਟ ਹੈ ਇਹ ਬੇਸਿਕ ਸਟਰਕਚਰ ਦੇ ਖਿਲਾਫ ਹੈ।
ਇਹ ਕਾਨੂੰਨ ਵੀ ਕਨਸਟੀਟਿਊਸ਼ਨ ਦੇ ਖਿਲਾਫ ਹੈ, ਕਿਉਂਕਿ ਕਨਸਟੀਟਿਊਸ਼ਨ ਕਹਿੰਦਾ ਹੈ ਇੰਡੀਪੈਂਡੈਂਟ ਜੁਡੀਸ਼ਰੀ। ਇੰਡੀਪੈਂਡੈਂਸ ਆਫ ਜੁਡੀਸ਼ਰੀ ਇਸ ਕਾਨੂੰਨ ਨਾਲ ਖਤਮ ਹੋ ਜਾਏਗੀ, ਕਿਉਂਕਿ ਜਿਹੜਾ ਤੁਸੀਂ ਕਮਿਸ਼ਨ ਬਣਾਓਗੇ ਉਹਦੇ 'ਚ ਸਰਕਾਰੀ ਮੈਂਬਰ ਬਹੁਤ ਹੈ। ਤਾਂ ਇਸ ਕਰਕੇ ਉਹਨਾਂ ਨੇ ਬੜੇ ਸਪਸ਼ਟ ਤਰੀਕੇ ਨਾਲ ਖਤਮ ਕਰਤਾ, ਸਰਕਾਰ ਨੂੰ ਮੰਨਣਾ ਹੀ ਪਿਆ। ਸੋ ਸਭ ਤੋਂ ਪਾਵਰਫੁਲ ਆਰਗਨ ਜਿੱਥੇ ਕਾਨੂੰਨ ਦਾ ਸਵਾਲ ਹੈ ਉਹ ਸਰਕਾਰ ਨਹੀਂ ਹੈ, ਨਾ ਹੀ ਪਾਰਲੀਮੈਂਟ ਹੈ, ਉੱਥੇ ਸੁਪਰੀਮ ਕੋਰਟ ਹੈ। ਸੋ ਮੇਰਾ ਇਹ ਹੁਣ ਬਿਲਕੁਲ ਸਾਫ਼ ਤੁਹਾਨੂੰ ਸਵਾਲ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੇ ਬਿਲਕੁਲ ਅਧਿਕਾਰ ਖੇਤਰ ਦੇ ਵਿੱਚ ਸੁਪਰੀਮ ਕੋਰਟ ਤੇ ਕਿਸੇ ਵੀ ਪਾਰਲੀਮੈਂਟ ਵੱਲੋਂ ਬਣਾਏ ਗਏ ਕਾਨੂੰਨ ਨੂੰ ਉਹ ਰੱਦ ਕਰ ਸਕਦਾ ਜੇ ਉਹਦੇ 'ਚ ਉਹਨਾਂ ਨੂੰ ਲੱਗਦਾ ਕਿ ਇਸ ਵਿੱਚ ਕੋਈ ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਆ ਜਾਂ ਅਧਿਕਾਰਾਂ ਦਾ ਕੋਈ ਹਨਨ ਹੋਣ ਜਾ ਰਿਹਾ। ਐਮ ਆਈ ਕਰੈਕਟ? ਪਲੱਸ ਪਾਵਰ, ਕਨਸਟੀਟਿਊਸ਼ਨ ਦੇ ਵਿੱਚ ਪਾਵਰਾਂ ਵੀ ਡਿਵਾਈਡ ਕੀਤੀਆਂ ਸਬਜੈਕਟ ਵਾਈਜ਼ ਕਿ ਇਸ ਸਬਜੈਕਟ ਤੇ ਪਾਰਲੀਮੈਂਟ ਬਣਾ ਸਕਦੀ, ਇਸ ਸਬਜੈਕਟ ਤੇ ਸਟੇਟ ਪਾਰਲੀਮੈਂਟ ਬਣਾ ਸਕਦੀ, ਤੇ ਇਹ ਸਬਜੈਕਟ ਹੈ ਕਾਮਨ ਜਿੱਥੇ ਦੋਨੋਂ ਬਣਾ ਸਕਦੀਆਂ, ਸਟੇਟ ਵੀ ਤੇ ਸੈਂਟਰ ਵੀ। ਸੋ ਉਹ ਸਭ ਤੋਂ ਪਹਿਲਾਂ ਸਵਾਲ ਉੱਠਦਾ ਹੈ, ਕੋਈ ਵੀ ਆਪਾਂ ਜਦੋਂ ਕਾਨੂੰਨ ਨੂੰ ਦੇਖਦੇ ਹਾਂ ਕਿ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਹੈ ਕਿ ਨਹੀਂ ਪਾਰਲੀਮੈਂਟ ਦੀ। ਸੋ ਇਸ ਕਾਨੂੰਨਾਂ ਵਿੱਚ ਸਭ ਤੋਂ ਪਹਿਲਾਂ ਹੀ ਪ੍ਰੋਬਲਮ ਪੈ ਜਾਂਦੀ ਹੈ, ਕਿਉਂਕਿ ਪਾਰਲੀਮੈਂਟ ਦੇ ਅਧਿਕਾਰ ਖੇਤਰ ਵਿੱਚ ਐਗਰੀਕਲਚਰ ਰਿਲੇਟਡ ਕੋਈ ਆਈਟਮ ਨਹੀਂ ਹੈ, ਕੋਈ ਸਬਜੈਕਟ ਨਹੀਂ ਹੈ। ਮੈਂ ਇਹ ਲਿਸਟ ਪੜ੍ਹ ਰਿਹਾ ਸੀ, ਕੰਕਰੈਂਟ ਲਿਸਟ, ਯੂਨੀਅਨ ਲਿਸਟ ਐਂਡ ਸਟੇਟ ਲਿਸਟ, ਔਰ ਮੈਂ ਦੇਖਿਆ 8 ਜਗ੍ਹਾ ਤੇ, ਬਿਲਕੁਲ ਤੁਹਾਡੀ ਗੱਲ ਠੀਕ ਆ, 8 ਜਗ੍ਹਾ ਤੇ ਜਿੰਨੇ ਅਧਿਕਾਰ ਆ ਖੇਤੀਬਾੜੀ ਦੇ ਕਾਨੂੰਨ ਬਣਾਉਣ ਦਾ ਉਹ ਰਾਜਾਂ ਨੂੰ ਆ, ਉਹ ਸਟੇਟਸ ਨੂੰ ਆ। ਉਹ ਤਾਂ ਮੈਂ ਉਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਬੈਂਸ ਸਾਹਿਬ, ਤੁਸੀਂ ਇਹ ਗੱਲ ਬਿਲਕੁਲ ਠੀਕ ਕਹਿ ਰਹੇ ਹੋ। ਮੇਰਾ ਕਹਿਣ ਦਾ ਮਤਲਬ ਹੈ ਕਿ ਬਜਾਏ ਕਿ ਇਹਦੀ ਅਨਕਨਸਟੀਟਿਊਸ਼ਨਲ ਆ ਜਾਂ ਕਨਸਟੀਟਿਊਸ਼ਨ ਆ, ਕੋਈ ਵੀ ਪਾਰਲੀਮੈਂਟ ਵੱਲੋਂ ਬਣਾਇਆ ਗਿਆ ਕਾਨੂੰਨ ਜੇ ਸੁਪਰੀਮ ਕੋਰਟ ਨੂੰ ਲੱਗਦਾ ਅਵੈਧ ਹੈ ਜਾਂ ਲੋਕਾਂ ਦੇ ਹੱਕ ਵਿੱਚ ਨਹੀਂ ਹੈ ਜਾਂ ਉਹਨਾਂ ਦੇ ਫੰਡਾਮੈਂਟਲ ਰਾਈਟਸ ਦੀ ਵਾਇਲੇਸ਼ਨ ਕਰਦਾ, ਸੁਪਰੀਮ ਕੋਰਟ ਨੂੰ ਉਸ ਨੂੰ ਰੱਦ ਕਰਨ ਦਾ ਅਧਿਕਾਰ ਹੈ। ਕਨਸਟੀਟਿਊਸ਼ਨ ਆਪ ਹੀ ਕਹਿ ਰਿਹਾ ਹੈ, ਆਲ ਲਾਜ਼ whether past or present if they are against the fundamental rights of the people are void। ਉਹ ਸਿਰਫ ਡਿਕਲੇਅਰ ਹੀ ਕਰਨਾ ਹੁੰਦਾ ਸੁਪਰੀਮ ਕੋਰਟ ਨੇ। ਫੰਡਾਮੈਂਟਲ ਰਾਈਟਸ ਦੇ ਖਿਲਾਫ ਕੋਈ ਵੀ ਕਾਨੂੰਨ ਜਿਹੜਾ ਪਾਰਲੀਮੈਂਟ ਬਣਾਏਗੀ ਜਾਂ ਅੰਗਰੇਜ਼ਾਂ ਨੇ ਪਹਿਲਾਂ ਬਣਾਇਆ ਹੋਇਆ, ਉਹ ਸਾਰੇ ਹੀ ਟੂ ਦਾ ਐਕਸਟੈਂਟ ਕਿ ਫੰਡਾਮੈਂਟਲ ਰਾਈਟਸ ਦੇ ਖਿਲਾਫ ਹੈ, ਉਹਨਾਂ ਨੂੰ ਅਵੈਧ ਘੋਸ਼ਿਤ ਕੀਤਾ ਜਾਂਦਾ ਹੈ। ਸਾਡੇ ਫਸਟ ਦਿਨ ਤੇ ਕਨਸਟੀਟਿਊਸ਼ਨ ਦੇ ਵਿੱਚ ਪ੍ਰੋਵੀਜ਼ਨ ਹੈ। ਇਸ ਕਰਕੇ ਫੰਡਾਮੈਂਟਲ ਰਾਈਟਸ ਦੇ ਪੁਆਇੰਟ ਤੇ ਬਹੁਤ ਵਾਰੀ ਆਪਾਂ ਚੈਲੰਜ ਕਰਦੇ ਹਾਂ, ਔਰ ਇਹ ਜਿਹੜੇ ਕਾਨੂੰਨ ਹੈ ਕਿਉਂਕਿ ਆਪਾਂ ਕਹਿੰਦੇ ਰਾਈਟ ਟੂ ਲਾਈਫ ਨੂੰ ਹੀ ਇੰਪੈਰਲ ਕਰਦੇ ਆ, ਕਿਸਾਨਾਂ ਤੋਂ ਇਲਾਵਾ ਆਮ ਲੋਕਾਂ ਦੀ ਜਿਹੜੀ ਫੂਡ ਸਿਕਿਉਰਿਟੀ ਉਹਨਾਂ ਨੂੰ ਇੰਪੈਰਲ ਕਰਦੇ ਆ। ਤਾਂ ਇਹ ਬੜੀ ਵੱਡੀ ਹੈ ਕਿ ਸਾਡਾ ਜਿਹੜਾ ਫੰਡਾਮੈਂਟਲ ਰਾਈਟ ਟੂ ਲਾਈਫ ਹੈ ਐਂਡ ਟੂ ਬੇਸਿਕ ਫੂਡ ਸਿਕਿਉਰਿਟੀ ਉਹਦੇ ਖਿਲਾਫ ਹੈ। ਇਸ ਕਰਕੇ ਦੂਸਰੀ ਗਰਾਊਂਡ ਇਹ ਬਣਦੀ ਹੈ ਕਿ ਇਹ ਕਾਨੂੰਨ ਵਾਕਿਆ ਹੀ ਸੁਪਰੀਮ ਕੋਰਟ ਦੂਜੀ ਗਰਾਊਂਡ ਤੇ ਵੀ ਕਰ ਸਕਦਾ। ਜੇ ਪਹਿਲੀ ਗਰਾਊਂਡ ਤੇ ਕਹੇ ਕਿ ਉਹਨਾਂ ਕੋਲ ਪਾਵਰ ਸੀ, ਅਧਿਕਾਰ ਖੇਤਰ ਵੀ ਸੀ, ਤੇ ਦੂਜੀ ਗਰਾਊਂਡ ਵਿੱਚ ਕਰ ਸਕਦਾ ਕਿ ਇਹ ਲੋਕਾਂ ਦੇ ਜਿਹੜਾ ਫੰਡਾਮੈਂਟਲ ਰਾਈਟ ਟੂ ਲਾਈਫ ਹੈ ਉਹਦੇ ਖਿਲਾਫ ਹੈ। ਹੁਣ ਆਉਂਦੇ ਜੀ ਆਪਾਂ ਪੈਨਲ ਦੀ, ਤੁਸੀਂ ਪਹਿਲਾਂ ਗੱਲ ਕੀਤੀ ਸੀ, ਪੈਨਲ ਦੇ ਵਿੱਚ 4 ਨਾਮ ਸੁਝਾਅ ਦਿੱਤੇ ਗਏ ਜੀ। ਉਹ 4 ਮੈਂਬਰੀ ਕਮੇਟੀ ਸੁਪਰੀਮ ਕੋਰਟ ਨੇ ਬਣਾਤੀ। ਹਾਲਾਂਕਿ ਉੱਥੇ ਉਹਦੀ ਵੀ ਆਪਾਂ ਅੱਗੇ ਗੱਲ ਕਰਾਂਗੇ। ਇਹ ਜਿਹੜੇ 4 ਮੈਂਬਰ ਨੇ, ਜਿਸ ਤਰ੍ਹਾਂ ਭੁਪਿੰਦਰ ਸਿੰਘ ਮਾਨ ਨੇ, ਅਸ਼ੋਕ ਗੁਲਾਟੀ ਨੇ, ਇਸੇ ਤਰ੍ਹਾਂ ਅਨਿਲ ਧਨਵਤ ਨੇ ਔਰ ਪ੍ਰਮੋਦ ਕੁਮਾਰ ਜੋਸ਼ੀ ਨੇ, ਇਹ 4 ਮੈਂਬਰੀ ਕਮੇਟੀ ਬਣਾਈ ਆ। ਔਰ ਤੁਹਾਨੂੰ ਪਤਾ ਹੈ ਬੈਂਸ ਸਾਹਿਬ ਕਿ ਜਿਹੜੇ ਕਿਸਾਨਾਂ ਦੇ ਆਗੂਆਂ ਨੇ ਕੱਲ੍ਹ ਹੀ ਮੀਟਿੰਗ ਕਰਕੇ ਇਸ ਮੀਟਿੰਗ ਨੂੰ, ਇਸ ਪੈਨਲ ਨੂੰ ਬਿਲਕੁਲ ਰਿਜੈਕਟ ਕਰ ਦਿੱਤਾ। ਉਹ ਕਹਿੰਦੇ ਅਸੀਂ ਇਸ ਪੈਨਲ ਦੇ ਅੱਗੇ ਪੇਸ਼ ਨਹੀਂ ਹੋਵਾਂਗੇ। ਤੁਹਾਨੂੰ ਲੱਗਦਾ ਹੈ ਕਿ ਦੀ ਫਾਰਮਰਸ ਉਹ ਬਿਲਕੁਲ ਆਪਣੇ ਅਧਿਕਾਰ ਖੇਤਰ ਦੇ ਵਿੱਚ ਇਹ ਗੱਲ ਕਰ ਰਹੇ ਆ, ਔਰ ਜੇ ਉਹ ਚਾਹੁੰਦੇ ਆ ਤਾਂ ਉਹ ਨਾ ਪੇਸ਼ ਹੋਣ, ਇਹਦਾ ਉਹਨਾਂ ਦੀ ਲੀਗੈਲਿਟੀ ਤੇ ਜਾਂ ਕਨਸਟੀਟਿਊਸ਼ਨਲ ਜੋ ਚੀਜ਼ ਆਈ ਹੈ ਸੁਪਰੀਮ ਕੋਰਟ ਵੱਲੋਂ ਉਸ 'ਤੇ ਕੋਈ ਅਸਰ ਨਹੀਂ ਪਏਗਾ? ਕੋਈ ਅਸਰ ਨਹੀਂ ਪਏਗਾ ਜੀ, ਕਿਉਂਕਿ ਜਿਹੜੀ ਕਮੇਟੀ ਹੁੰਦੀ ਹੈ ਨਾ ਉਹ ਸੁਪਰੀਮ ਕੋਰਟ ਦੀ ਕਮੇਟੀ ਹੈ ਜੀ। ਉਹਦਾ ਇਮੇਜ ਵੀ ਉਹੀ ਹੁੰਦਾ ਕਿ ਸੁਪਰੀਮ ਕੋਰਟ ਨੇ ਬਣਾਈ ਹੈ, ਤਾਂ ਉਹ ਸੁਪਰੀਮ ਕੋਰਟ ਦੇ ਵੱਲ ਉਹ ਸਾਰੀ ਪਾਵਰਾਂ ਸੁਪਰੀਮ ਕੋਰਟ ਉਹਨਾਂ ਨੂੰ ਦਿੰਦਾ ਕਿ ਤੁਸੀਂ ਰਿਪੋਰਟ ਕਰੋ, ਸੁਣੋ, ਰਿਕਾਰਡ ਕਰੋ ਤੇ ਸਾਨੂੰ ਰਿਪੋਰਟ ਦਿਓ ਜੀ। ਤੇ ਇਸ ਕਰਕੇ ਜਿਹੜਾ ਇਮੇਜ ਹੁੰਦਾ ਸੁਪਰੀਮ ਕੋਰਟ ਦਾ ਉਹੀ ਇਮੇਜ ਉਸ ਕਮੇਟੀ ਨੂੰ ਹੋਣਾ ਚਾਹੀਦਾ। ਤੇ ਜੇ ਕਮੇਟੀ, ਜੇ ਹੁਣ ਜੱਜਾਂ ਸਾਨੂੰ ਪਤਾ ਲੱਗ ਜਾਏ ਕਿ ਜੱਜ ਸਾਹਿਬ ਪਹਿਲਾਂ ਹੀ ਕਿਸੇ ਪਾਰਟੀ ਨਾਲ ਆਲਰੇਡੀ ਮਿਲੇ ਹੋਇਆ ਜਾਂ ਉਹਨਾਂ ਦੇ ਰਿਸ਼ਤੇਦਾਰ ਹੈ, ਤਾਂ ਫਸਟ ਜੁਡੀਸ਼ੀਅਲ ਪ੍ਰੋਪਰਟੀ ਕਹਿੰਦੀ ਕਿ ਉਹ ਕੇਸ ਨਾ ਸੁਣਨ। ਜਿਹੜਾ ਵੀ ਜੱਜ ਸਾਹਿਬ ਦਾ ਕਿਸੇ ਵੀ ਕੇਸ ਵਿੱਚ ਇਨਡਾਇਰੈਕਟਲੀ ਦੂਰ ਦਾ ਵੀ ਰਿਸ਼ਤਾ ਹੁੰਦਾ ਤਾਂ ਉਸ ਕੇਸ ਨਹੀਂ ਸੁਣਦੇ, ਉਹ ਰਿਕਿਊਜ਼ ਕਰ ਲੈਂਦੇ। ਉਹ ਸਿੱਧੀ ਗੱਲ ਹੈ, ਸਭ ਤੋਂ ਵੱਡਾ ਜੁਡੀਸ਼ੀਅਲ ਡਿਸਪਲਿਨ ਹੈ ਕਿ ਆਪਣੇ ਕੇਸ ਵਿੱਚ ਆਪ ਜੱਜ ਨਹੀਂ ਬਣ ਸਕਦੇ, ਆਪਣੇ ਰਿਸ਼ਤੇਦਾਰਾਂ ਦੇ ਕੇਸ ਵਿੱਚ ਜੱਜ ਨਹੀਂ ਬਣ ਸਕਦੇ। ਜਿਨ੍ਹਾਂ ਵੀ ਤੁਸੀਂ ਓਪੀਨੀਅਨ ਐਕਸਪ੍ਰੈਸ ਕਰ ਚੁੱਕੇ ਹੋ ਉਹ ਵੀ ਨਹੀਂ ਤੁਸੀਂ ਸੁਣਦੇ ਜੀ। ਸੋ ਇਸ ਵਿੱਚ ਸਭ ਤੋਂ ਵੱਡਾ ਡਿਫੈਕਟ ਇਹ ਹੈਗਾ ਕਿ 4 ਮੈਂਬਰ ਜਿਹੜੇ ਕਮੇਟੀ ਦੇ ਹੈਗੇ ਉਹਨਾਂ ਨੇ ਪਬਲਿਕਲੀ ਬਿੱਲਾਂ ਨੂੰ ਬੜੇ ਉਤਸ਼ਾਹ ਨਾਲ ਸਪੋਰਟ ਕੀਤਾ ਹੋਇਆ ਔਰ ਉਹ ਪਬਲਿਕ ਡੋਮੇਨ ਵਿੱਚ ਮਟੀਰੀਅਲ ਹੈਗਾ ਜੀ। ਤਾਂ ਇਸ ਲਈ 2 ਘੰਟਿਆਂ ਵਿੱਚ ਲੋਕਾਂ ਨੇ ਉਹ ਅੱਗੇ ਦੱਸਤਾ ਸੋਸ਼ਲ ਮੀਡੀਆ ਵਿੱਚ ਕਿ ਦੇਖੋ ਜੀ ਇਹ ਕਿਹੋ ਜਿਹੇ ਬੰਦੇ ਸੁਪਰੀਮ ਕੋਰਟ ਨੇ
ਬਣਾਏ ਹੈ ਜਿਹੜੇ ਕਿ ਸੁਪਰੀਮ ਕੋਰਟ ਨੂੰ ਦੱਸਣਗੇ, ਜਦ ਉਹਨਾਂ ਨੇ ਆਪ ਹੀ ਆਪਣੀ ਫਰਮ ਓਪੀਨੀਅਨ ਦਿੱਤੀ ਹੈ ਕਿ ਬਹੁਤ ਚੰਗੇ ਕਾਨੂੰਨ ਹੈ ਦੇਸ਼ ਦੇ ਲਈ, ਲੋਕਾਂ ਲਈ, ਕਿਸਾਨਾਂ ਲਈ, ਜੋ ਤੁਸੀਂ ਇੰਨਾ ਫਰਮ ਓਪੀਨੀਅਨ ਬਣਾਤਾ, ਤੁਸੀਂ ਇਮਾਨਦਾਰੀ ਨਾਲ ਬਣਾਇਆ ਹੋਏਗਾ। ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਬੇਈਮਾਨ ਹੋ, ਮਗਰ ਤੁਸੀਂ ਫਿਰ ਦੂਸਰਾ ਪੱਖ ਕਿਵੇਂ ਸੁਣ ਸਕਦੇ ਹੋ? ਕਿਉਂਕਿ ਅਲਟੀਮੇਟਲੀ ਸਿਰਫ ਜਿਹੜਾ ਮਾਈਂਡ ਨਿਊਟਰਲ ਹੁੰਦਾ, ਜਿਹਨੂੰ ਆਪਾਂ ਕਹਿੰਦੇ ਓਪਨ ਮਾਈਂਡ, ਜਿਹਨੇ ਕੋਈ ਫਰਮ ਓਪੀਨੀਅਨ ਨਾਲ ਉਹੀ ਸੁਣ ਸਕਦਾ ਨਾ ਦੋਨੋਂ ਪੱਖਾਂ ਦੀ ਦਲੀਲ, ਫਿਰ ਉਹਨੂੰ ਇਵੈਲੂਏਟ ਕਰ ਸਕਦਾ, ਫਿਰ ਉਹਨੂੰ ਰਿਪੋਰਟ ਵਿੱਚ ਬਣਾ ਸਕਦਾ। ਜੇ ਤੁਸੀਂ ਆਲਰੇਡੀ ਇੱਕ ਪਾਸਾ ਸੁਣ ਕੇ ਆਪਣਾ ਮਨ ਬਣਾ ਲਿਆ, ਉਸ ਤੋਂ ਬਾਅਦ ਤੁਹਾਡਾ ਮਨ ਬਦਲਣਾ ਖਾਸਾ ਮੁਸ਼ਕਿਲ ਹੋ ਜਾਂਦਾ। ਤਾਂ ਜਿਹੜੀ ਕਮੇਟੀ ਦੀ ਬੇਸਿਕ ਕੁਆਲੀਫਿਕੇਸ਼ਨ ਹੈ ਕਿ ਤੁਸੀਂ ਇੰਪਾਰਸ਼ਲ ਓਪਨ ਮਾਈਂਡ ਹੋਗੇ, ਉਹ ਨਹੀਂ ਹੈਗੀ। ਉਹ ਕਿਸੇ ਜੱਜ ਦੀ ਵੀ ਇਹੀ ਕੁਆਲੀਫਿਕੇਸ਼ਨ ਦੇ, ਉਹਦਾ ਆਪਣਾ ਕੋਈ ਪਰਸਨਲ ਇੰਟਰਸਟ ਨਾ ਹੋਵੇ। ਔਰ ਇਹ ਸਾਰਿਆਂ ਨੇ ਤਾਂ ਪਰਸਨਲ ਇੰਟਰਸਟ ਦਾ ਤਾਂ ਮੈਨੂੰ ਪਤਾ ਨਹੀਂ, ਬਟ ਇਹਨਾਂ ਨੇ ਪਬਲਿਕਲੀ ਬਹੁਤ ਸਟਰੋਂਗਲੀ ਸਪੋਰਟ ਕੀਤਾ ਹੈ। ਸੋ ਇਸ ਕਰਕੇ ਉਹ ਡਿਸਕੁਆਲੀਫਾਈਡ ਇਸ ਕਰਕੇ ਹੋ ਜਾਂਦੇ ਹੈ ਕਿ ਤੁਸੀਂ ਆਲਰੇਡੀ ਤੁਸੀਂ ਨਿਊਟਰਲ ਪਰਸਨ ਨਹੀਂ ਹੋ। ਫਿਰ ਜਿਹੜੇ ਇਹਨਾਂ ਦੀ ਐਕਸਪਰਟਾਈਜ਼ ਹੈ ਉਸ 'ਤੇ ਵੀ ਖਾਸਾ ਡਾਊਟ ਹੈ। ਇਹ ਕੋਈ ਇੰਨੇ ਐਮੀਨੈਂਟ ਪਰਸਨ ਨਹੀਂ ਹੈ ਕਿ ਦੁਨੀਆ ਕਹੇ ਕਿ ਦੇ ਆਰ ਦ ਮਾਸਟਰਸ ਇਨ ਦ ਫੀਲਡ। ਆਫਟਰ ਆਲ ਜਿਹੜਾ ਉਸ 'ਤੇ ਕਹਿੰਦੇ ਹੈ ਐਗਰੀਕਲਚਰ ਐਕਸਪਰਟ, ਬਹੁਤ ਜ਼ਿਆਦਾ ਐਕਸਪਰਟ ਹੈ, ਜਿਹੜੇ ਲੋਕ ਵਰਲਡ ਵਾਈਡ ਨੋਨ ਹੈ। ਇਹਨਾਂ ਵਿੱਚੋਂ ਕੋਈ ਇਹੋ ਜਿਹਾ ਬੰਦਾ ਨਹੀਂ ਹੈ। ਮਾਨ ਸਾਹਿਬ ਦਾ ਆਲਰੇਡੀ ਬੜਾ ਡੂਬੀਅਸ ਕਰੀਅਰ ਰਹਿ ਚੁੱਕਾ ਹੈ। ਜਦੋਂ ਕਿ ਉਹਨਾਂ ਨੂੰ ਰਾਜ ਸਭਾ ਸੀਟ ਮਿਲੀ ਸੀ, ਉਹ ਬਹੁਤ ਵੱਡਾ ਐਲੀਗੇਸ਼ਨ ਲੱਗਾ ਸੀ, ਉਹਨਾਂ ਨੇ ਕਿਸਾਨਾਂ ਦੇ ਇੰਟਰਸਟ ਨੂੰ ਬਾਰਗਨ ਕਰਕੇ ਉਸ ਮੌਜੂਦਾ ਸਰਕਾਰ ਤੋਂ ਕੰਸੈਸ਼ਨ ਲਿਆ ਸੀ ਇਹਦਾ ਰਾਜ ਸਭਾ ਸੀਟ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਪੁਰਾਣੇ ਚੀਫ ਜਸਟਿਸ ਨੇ ਰਾਜ ਸਭਾ ਸੀਟ ਲਈ ਹੈ ਅਯੋਧਿਆ ਜਜਮੈਂਟ ਤੋਂ ਬਾਅਦ। ਤੇ ਇਸ ਕਰਕੇ ਦੇਸ਼ ਵਿੱਚ ਉਹਨਾਂ ਦੀ ਜਿਹੜੀ ਮੋਰਲ ਫੋਰਸ ਹੈ, ਜਿਹੜੀ ਉਹਨਾਂ ਦੀ ਨੈਤਿਕਤਾ ਹੈ, ਔਰ ਉਹਨਾਂ ਨੇ ਆਪਣੇ ਆਪ ਨੂੰ ਡੈਮੇਜ ਨਹੀਂ ਕੀਤਾ, ਉਹਨਾਂ ਨੇ ਸੁਪਰੀਮ ਕੋਰਟ ਐਜ਼ ਅ ਇੰਸਟੀਟਿਊਸ਼ਨ ਨੂੰ ਬਹੁਤ ਡੈਮੇਜ ਕੀਤਾ। ਬਾਰ ਲੋਕਾਂ ਨੇ ਜਿਹੜਾ ਇੰਨਾ ਉੱਚਾ ਰੱਖਦੇ ਸੀ, ਉਹਨੂੰ ਟੈਂਪਲ ਕਹਿੰਦੇ ਸੀ, ਰੱਬ ਦੀ ਜਗ੍ਹਾ ਮੰਨਦੇ ਆ ਜੱਜਾਂ ਨੂੰ, ਉਸ ਤੋਂ ਬਾਅਦ ਇੰਨੇ ਮਜ਼ਾਕ ਹੋਏ, ਇੰਨੇ ਟਵੀਟ ਹੋਏ, ਇੰਨੇ ਕਾਰਟੂਨ ਬਣੇ ਕਿ ਉਹਨਾਂ ਨੂੰ ਕਈ ਕਾਰਟੂਨਸ ਦੇ ਖਿਲਾਫ ਤਾਂ ਕੰਟੈਂਪਟ ਕਰਨਾ ਪਿਆ। ਤਾਂ ਇਸ ਤੋਂ ਲੱਗਦਾ ਕਿ ਤੁਸੀਂ ਕਿੰਨੇ ਛੋਟੇ ਹੋ ਗਏ, ਤੁਹਾਨੂੰ ਹੁਣ ਸੱਚਾਈ ਵੀ ਔਖੀ ਕਰਨ ਲੱਗ ਪਈ। ਜੀ ਇਹਦੇ ਮੈਨੂੰ ਬੈਂਸ ਸਾਹਿਬ ਇੱਕ ਚੀਜ਼ ਹੋਰ ਦੱਸੋ ਕਿ ਜਿਸ ਤਰ੍ਹਾਂ ਇੱਕ ਪੈਨਲ ਮੈਂ ਹੁਣ ਦੇਖ ਰਿਹਾ, ਜਿਸ ਤਰ੍ਹਾਂ ਸਾਰੀ ਗੱਲ ਚੱਲ ਰਹੀ ਹੈ, ਚਾਹੇ ਉਹ ਮੀਡੀਆ ਚੱਲ ਰਹੀ ਹੋਵੇ, ਸੋਸ਼ਲ ਮੀਡੀਆ ਚੱਲ ਰਹੀ ਹੋਵੇ ਜਾਂ ਆਮ ਲੋਕਾਂ 'ਚ ਚੱਲ ਰਹੀ ਹੋਵੇ, ਕਿ ਇਹ ਤਾਂ ਜਿਹੜੇ ਜਿੰਨੇ ਪੈਨਲਿਸਟ ਨੇ ਇਹ ਪਹਿਲਾਂ ਹੀ ਇਹ ਕਾਨੂੰਨਾਂ ਦੀ ਪ੍ਰੋੜਤਾ ਕਰ ਚੁੱਕੇ ਆ, ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਬੋਲ ਚੁੱਕੇ ਆ, ਲੇਖ ਲਿਖ ਚੁੱਕੇ ਆ, ਮੀਡੀਆ 'ਚ ਜਾ ਚੁੱਕੇ ਆ। ਕਿ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਪਰੀਮ ਕੋਰਟ ਇੱਕ ਨਵੇਂ ਪੈਨਲ ਦੇ ਵਿੱਚ ਹੋਰ ਵੀ ਮੈਂਬਰਸ ਨੂੰ ਕਿਸਾਨਾਂ ਤੋਂ ਕੋਈ ਸੁਝਾਅ ਲੈ ਕੇ ਉਹ 'ਚ ਸ਼ਾਮਿਲ ਕਰ ਸਕਦਾ ਉਸ ਪੈਨਲ 'ਚ? ਬਿਲਕੁਲ ਕਰ ਸਕਦਾ ਹੈ, ਕਿਉਂਕਿ ਇਹ 11 ਪੇਜ ਦੇ ਜਜਮੈਂਟ 'ਚ ਹਰ ਚੀਜ਼ ਸਪਸ਼ਟ ਹੁੰਦੀ, ਇੱਕ ਚੀਜ਼ ਸਪਸ਼ਟ ਨਹੀਂ ਹੁੰਦੀ ਕਿ ਇਹਨਾਂ ਮਹਾਰਿਸ਼ੀਆਂ ਜਾਂ ਇਹ ਮਹਾਂਪੁਰਸ਼ਾਂ ਦੇ ਜਿਹੜੇ 4 ਨਾਮ ਹੈ, ਇਹ ਕਿਹਨਾਂ ਨੇ ਸੁਪਰੀਮ ਕੋਰਟ ਵਿੱਚ ਜੱਜਾਂ ਨੂੰ ਦੱਸਿਆ। ਨਾ ਇਹ ਅਟਾਰਨੀ ਜਨਰਲ ਕਹਿ ਰਿਹਾ ਕਿ ਮੈਂ ਦਿੱਤੇ, ਨਾ ਕੋਈ ਹੋਰ ਉਹਨਾਂ ਦਾ ਵਕੀਲ ਕਹਿ ਰਿਹਾ, ਨਾ ਕੋਈ ਹੋਰ ਪੱਖ ਦਾ ਵਕੀਲ ਕਹਿ ਰਿਹਾ, ਨਾ ਕਿਸੇ ਹੋਰ ਆਰਗੇਨਾਈਜੇਸ਼ਨ ਦਾ ਨਾਮ। ਇਹਨਾਂ ਬੰਦਿਆਂ ਦੇ ਨਾਮ ਕਿਸੇ ਨੇ ਸੁਜੈਸਟ ਨਹੀਂ ਕੀਤੇ। ਜਸਟਿਸ ਲੋਡਾ, ਹੋਰ ਬੰਦੇ ਦੇ ਨਾਮ ਤਾਂ ਆਏ ਸੀ ਡਿਸਕਸ਼ਨ ਦੇ ਵਿੱਚ। ਇਹਨਾਂ 4 ਬੰਦਿਆਂ ਦਾ ਨਾਮ ਕਿੱਥੋਂ ਆਇਆ ਜੱਜਾਂ ਦੇ ਨਜ਼ਰ ਵਿੱਚ? ਇਹ ਇੰਨੇ ਐਮੀਨੈਂਟ ਵੀ ਨਹੀਂ ਹੈ ਕਿ ਹਰ ਬੰਦੇ ਨੂੰ ਪਤਾ ਹੋਏਗਾ। ਤੇ ਇਹ ਬਹੁਤ ਵੱਡਾ ਸਵਾਲ ਉੱਠਦਾ ਹੈ ਕਿ ਤੁਸੀਂ ਇਹਨਾਂ 4 ਬੰਦਿਆਂ ਦਾ ਜਿਹੜਾ ਨਾਮ ਪ੍ਰਪੋਜ਼ ਕੀਤਾ ਆਪਣੀ ਪਰਸਨਲ ਨੌਲੇਜ ਤੋਂ ਕੀਤਾ ਹੈ, ਜਾਂ ਤੁਸੀਂ ਕਿਸੇ ਹੋਰ ਸੀਕ੍ਰੇਟ ਚੈਨਲ ਨਾਲ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ, ਜਾਂ ਇਹਨਾਂ 4 ਬੰਦਿਆਂ ਨੇ ਅਪਲਾਈ ਕੀਤਾ ਹੈ ਆਪਣੇ ਆਪ ਨੂੰ ਮੈਂਬਰ ਬਣਨ ਦਾ। ਸੋ ਇਸ ਗੱਲ ਤੇ ਸੁਪਰੀਮ ਕੋਰਟ ਤੇ ਇੱਕ ਵੱਡਾ ਸਵਾਲ ਪੈਦਾ ਹੋ ਜਾਂਦਾ ਹੈ। ਤਾਂ ਮੇਰੇ ਹਿਸਾਬ ਨਾਲ ਇਹ ਵਾਕਈ ਇੰਬੈਰਸਮੈਂਟ ਕ੍ਰੀਏਟ ਕਰੇਗਾ। ਤੇ ਜਿਸ ਤਰ੍ਹਾਂ ਹੁਣ ਕਾਮਨ ਪਬਲਿਕ ਡੋਮੇਨ ਵਿੱਚ ਮਟੀਰੀਅਲ ਆ ਗਿਆ ਕਿ 4 ਬੰਦੇ ਇੰਪਾਰਸ਼ਲ ਨਹੀਂ ਹੈ, ਨਿਊਟਰਲ ਨਹੀਂ ਹੈ, ਤੇ ਉਹਨਾਂ ਨੇ ਇੱਕ ਬਹੁਤ ਬੜਾ ਸਟਰੋਂਗ ਇੱਕ ਕਾਨੂੰਨਾਂ ਦੇ ਹੱਕ ਵਿੱਚ ਲੈ ਲਿਆ, ਇੱਕ ਸਾਈਡ ਦੇ ਹੱਕ ਵਿੱਚ ਲੈ ਲਿਆ, ਤੇ ਸੁਪਰੀਮ ਕੋਰਟ ਨੂੰ ਆਪਣੇ ਆਪ ਹੀ ਉਹਨਾਂ ਨੂੰ ਰਿਪਲੇਸ ਕਰ ਦੇਣਾ ਚਾਹੀਦਾ ਜੇ ਉਹ ਚਾਹੁੰਦੇ ਕਿ ਕ੍ਰੈਡੀਬਿਲਿਟੀ ਕਮੇਟੀ ਦੀ ਬਚੇ ਔਰ ਸਭ ਨੂੰ ਟਰਸਟ ਹੋਵੇ, ਕਿਉਂਕਿ ਇਸ ਜਿਹੜਾ ਜੁਡੀਸ਼ੀਅਲ ਪ੍ਰੋਸੈਸ ਹੈ ਬਹੁਤ ਟਰਸਟ ਦਾ ਮਾਮਲਾ ਹੁੰਦਾ ਹੈ। ਜੀ ਤੁਹਾਨੂੰ ਯਾਦ ਹੋਣਾ 17 ਦਸੰਬਰ ਨੂੰ ਜਿੱਦਣ ਪਹਿਲੀ ਸੁਣਵਾਈ ਹੋਈ ਸੀ, ਸੁਪਰੀਮ ਕੋਰਟ ਨੇ ਇੱਕ ਨਾਮ ਲਿੱਤਾ ਸੀ ਪੀ ਸਾਈਨਾਥ ਦਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਬੜੀ ਉਹਨਾਂ ਦਾ ਖੇਤੀਬਾੜੀ ਤੇ ਹੋਵੇ, ਰੂਰਲ ਇਕੋਨਮੀ ਤੇ ਹੋਵੇ, ਬੜਾ ਵੱਡਾ ਉਹਨਾਂ ਦਾ ਕੰਮ ਆ। ਉਹ ਨਾਮ ਇਸ ਵਾਰੀ ਨਹੀਂ ਆਇਆ। ਹੁਣ ਦਵਿੰਦਰ ਸ਼ਰਮਾ ਲਗਾਤਾਰ ਅਸ਼ੋਰਡ ਇਨਕਮ ਦੀ ਗੱਲ ਕਰ ਰਿਹਾ, ਉਹਨਾਂ ਦਾ ਨਾਮ ਵੀ ਨਹੀਂ ਆਇਆ। ਜਸਟਿਸ ਲੋਧਾ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਦਾ ਨਾਮ ਨਹੀਂ ਆਇਆ। ਇਹ ਕੀ ਕਾਰਨ ਹੋ ਸਕਦਾ ਬੈਂਸ ਸਾਹਿਬ? ਦੇਖੋ, ਦਵਿੰਦਰ ਸ਼ਰਮਾ ਤਾਂ ਫਿਰ ਉਹੀ ਐਲੀਗੇਸ਼ਨ ਲੱਗੇਗਾ ਕਿ ਬਹੁਤ ਜ਼ਿਆਦਾ ਫਾਰਮਰਸ ਦੇ ਸਪੋਰਟ ਵਿੱਚ ਹੈ। ਠੀਕ ਹੈ ਨਾ। ਸੋ ਸਾਨੂੰ ਚਾਹੀਦਾ ਹੈ ਕਿ ਜਿਹੜੇ ਵਾਕਈ ਨਿਊਟਰਲ ਹੋਣ, ਓਪਨ ਮਾਈਂਡਡ ਹੋਣ। ਤਾਂ ਉਹਦੇ ਵਿੱਚ ਪੀਪਲ ਵਿਦ ਜੁਡੀਸ਼ੀਅਲ ਬੈਕਗਰਾਊਂਡ, ਕਿਉਂਕਿ ਅਲਟੀਮੇਟਲੀ ਉਹ ਇੱਕ ਰਿਪੋਰਟਿੰਗ ਅਥਾਰਟੀ ਹੈ ਕਿ ਲੋਕ ਉਹਨਾਂ ਨੂੰ ਟਰਸਟ ਕਰਨ, ਉਹ ਲੋਕਾਂ ਦਾ ਫੇਥਫੁਲੀ ਸੁਣਨ, ਫਿਰ ਆਪਣੀ ਓਪੀਨੀਅਨ ਬਣਾਉਣ। ਜਿਨ੍ਹਾਂ ਦੀ ਓਪੀਨੀਅਨ ਆਲਰੇਡੀ ਬਣ ਚੁੱਕੀ ਹੈ, ਉਹ ਉਹਨਾਂ ਦੇ ਨਾਂ ਉਹਨਾਂ ਨੂੰ ਕਮੇਟੀ ਵਿੱਚ ਨਾ ਰੱਖਿਆ ਜਾਵੇ। ਤੇ ਜਿੱਦਾਂ ਹੁਣ ਜੌਲ ਸਾਹਿਬ ਹੈ, ਈਵਨ ਦੋ ਹੀ ਇਜ਼ 94 ਈਅਰ ਓਲਡ, ਉਹਨੇ ਸਾਰੀ ਉਮਰ ਐਗਰੀਕਲਚਰ ਲਗਾਈ ਹੈ। ਸੋ ਸਰਦਾਰਾ ਸਿੰਘ ਜੌਲ ਜਿਨ੍ਹਾਂ ਨੇ ਕੰਟਰੈਕਟ ਫਾਰਮਿੰਗ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ। ਜੀ ਜੀ ਜੀ। ਸਾਡੇ ਜਿਹੜੇ ਬੜੇ ਬਿਊਰੋਕਰੈਟਸ ਹੈ ਜਿਨ੍ਹਾਂ ਨੇ ਸਾਡੇ ਐਗਰੀਕਲਚਰ ਰਿਸਰਚ ਇੰਸਟੀਚਿਊਟ ਹੈ, ਉਹਨਾਂ ਦੇ ਵੱਡੇ ਵੱਡੇ ਸਾਇੰਟਿਸਟ ਹੈ ਜਿਨ੍ਹਾਂ ਨੇ ਸਾਰੀ ਉਮਰ ਐਗਰੀਕਲਚਰ ਦੇ
ਰਿਸਰਚ ਕਰਨ 'ਤੇ ਲਾਈ ਹੈ, ਐਗਰੀਕਲਚਰ ਨੂੰ ਸਟੱਡੀ ਕਰਨ 'ਤੇ ਲਾਈ ਹੈ। ਅਤੇ ਅਸੀਂ ਸਾਰੇ ਐਡੇ ਵੱਡੇ ਮੁਲਕ ਵਿੱਚ ਇੰਨੇ ਐਗਰੀਕਲਚਰ ਇੰਸਟੀਟਿਊਟ, ਡਾਇਰੀ ਰਿਸਰਚ, ਉਹਨਾਂ 'ਚੋਂ ਕੋਈ ਇਹੋ ਜਿਹਾ ਬੰਦਾ ਨਹੀਂ ਲੱਭ ਸਕੇ ਕਿ ਜਿਹੜਾ ਕਿ ਇਸ ਮੁੱਦੇ ਨੂੰ ਸਾਇੰਟੀਫਿਕਲੀ, ਸੋਸ਼ਲੀ ਐਂਡ ਉਹਦਾ ਜਿਹੜਾ ਫਿਊਚਰ ਇਫੈਕਟ ਹੈ ਉਹ ਸਭ ਨੂੰ ਕੰਬਾਈਨ ਕਰਕੇ ਸੁਪਰੀਮ ਕੋਰਟ ਨੂੰ ਗਾਈਡ ਕਰ ਸਕੇ ਐਜ਼ ਐਨ ਐਕਸਪਰਟ। ਕਿਉਂਕਿ ਬੜੀ ਵਾਰੀ ਐਕਸਪਰਟ ਦੀ ਓਪੀਨੀਅਨ ਸੁਪਰੀਮ ਕੋਰਟ ਜਾਂ ਕੋਈ ਵੀ ਕੋਰਟ ਲੈਂਦਾ ਹੈ, ਕਿਉਂਕਿ ਕੋਰਟ ਨੂੰ ਅਲਟੀਮੇਟਲੀ ਕਿਸੇ ਚੀਜ਼ ਦਾ ਕੋਰਟ ਐਕਸਪਰਟ ਨਹੀਂ ਹੁੰਦਾ ਸਿਵਾਏ ਲਾਅ ਦਾ। ਤੇ ਲਾਅ ਦਾ ਇਹ ਮਾਮਲਾ ਘੱਟ ਹੈ, ਲਾਅ ਦਾ ਮਾਮਲਾ ਤਾਂ ਸੁਪਰੀਮ ਕੋਰਟ ਆਪ ਹੀ ਸੁਣ ਲੇਗਾ। ਹਲੇ ਆਰਗੂਮੈਂਟਸ ਲਾਅ ਦੀ ਗੱਲ ਨਹੀਂ ਕਰ ਰਿਹਾ ਸੁਪਰੀਮ ਕੋਰਟ, ਕਮੇਟੀ ਦੀ ਆਰਡੀਨਰੀ ਜ਼ਰੂਰਤ ਨਹੀਂ ਸੀ ਪੈਣੀ, ਕਿਉਂਕਿ ਪਿਓਰ ਕੁਐਸਚਨ ਆਫ ਕਨਸਟੀਟਿਊਸ਼ਨਲ ਲਾਅ ਹੈ ਜਿਹੜਾ ਕਿ ਐਕਸਪਰਟਾਈਜ਼ ਲਾਇਰਸ ਤੇ ਜੱਜਿਸ ਦੀ ਹੋਈ ਹੈ। ਸੰਵਿਧਾਨ ਦੇ ਵਿੱਚ ਆਉਂਦਾ ਨਹੀਂ ਆਉਂਦਾ, ਕਿਉਂਕਿ ਕਾਨੂੰਨ ਚੰਗਾ ਮਾੜਾ ਇਹ ਹੈਗਾ ਪੋਲੀਟੀਕਲ ਪ੍ਰੋਸੈਸ। ਜਿਹੜਾ ਪ੍ਰੋਟੈਸਟ ਆ ਉਹ ਪੋਲੀਟੀਕਲ ਪ੍ਰੋਟੈਸਟ ਹੈ। ਕਾਨੂੰਨ ਬਿਲਕੁਲ ਜੁਡੀਸ਼ਲੀ ਠੀਕ ਵੀ ਹੋਣ ਦੇ ਬਾਵਜੂਦ ਲੋਕੀ ਪ੍ਰੋਟੈਸਟ ਕਰ ਸਕਦੇ ਆ ਕਿ ਅਸੀਂ ਖਿਲਾਫ ਹੈ। ਕਨਸਟੀਟਿਊਸ਼ਨਲੀ ਤੁਸੀਂ ਬਿਲਕੁਲ ਪ੍ਰੋਪਰ ਪ੍ਰੋਸੀਜਰ ਨਾਲ ਕਾਨੂੰਨ ਬਣਾ ਕੇ ਵੀ ਉਹ ਮਾੜਾ ਕਾਨੂੰਨ ਹੋ ਸਕਦਾ ਹੈ, ਤੇ ਲੋਕਾਂ ਦੀ ਮੋਰਲ ਡਿਊਟੀ ਕਿ ਲੋਕੀ ਫਿਰ ਵੀ ਪ੍ਰੋਟੈਸਟ ਕਰਦੇ ਆ, ਕਾਨੂੰਨ ਨੂੰ ਵਾਪਸ ਕਰਵਾਉਂਦੇ ਆ, ਬਦਲਾ ਦਿੰਦੇ ਆ। ਕੋਰਟ ਚਾਹੇ ਉਹ ਤੇ ਮੋਹਰ ਲਗਾ ਦੇਗਾ, ਫਿਰ ਵੀ ਪ੍ਰੋਟੈਸਟ ਦਾ ਰਾਈਟ ਤਾਂ ਰਹੇਗਾ। ਇਹ ਤਾਂ ਹੈ ਨਹੀਂ ਕਿ ਇਸ ਦੇਸ਼ ਵਿੱਚ ਜੇ ਕੋਰਟ ਕਿਸੇ ਕਾਨੂੰਨ ਨੂੰ ਜਾਇਜ਼ ਕਹਿ ਦੇਵੇ ਤਾਂ ਲੋਕੀ ਪ੍ਰੋਟੈਸਟ ਕਰਨਾ ਬੰਦ ਕਰ ਦੇਣਗੇ। ਹਾਂ, ਲੋਕਾਂ ਦਾ ਇੰਨਾ ਵਿਸ਼ਵਾਸ ਹੈ ਕਿ ਕੋਰਟ ਨੇ ਠੀਕ ਕਿਹਾ ਹੈ, ਸਾਡੇ ਹੱਕ ਵਿੱਚ ਹੈ, ਤਾਂ ਠੀਕ ਹੈ, ਮੰਨ ਸਕਦੇ ਨੇ। ਮਗਰ ਜੇ ਕੋਰਟ ਦੀ ਕ੍ਰੈਡੀਬਿਲਿਟੀ ਥੱਲੇ ਹੋ ਜਾਏ ਤਾਂ ਫਿਰ ਤੱਕ ਕੋਰਟ ਦੀ ਜਜਮੈਂਟ ਆਈ ਜਾਂ ਨਾ ਆਈ, ਕਿਉਂਕਿ ਅੱਜ ਇਹੀ ਮੇਜਰ ਪ੍ਰੋਬਲਮ ਹੈ ਕਿ ਸਰਕਾਰ ਜੋ ਵੀ ਕਹਿੰਦੀ ਹੈ ਕੋਰਟ ਬੰਦੇ ਜਾਂ ਕਿਸਾਨ ਉਹਨੂੰ ਯਕੀਨ ਹੀ ਨਹੀਂ ਕਰਦੇ। ਮੈਂ ਸਾਹਿਬ ਇੱਕ ਚੀਜ਼ ਮੈਂ ਤੁਹਾਨੂੰ ਹੋਰ ਥੋੜ੍ਹੀ ਪੁੱਛਣਾ ਚਾਹੁੰਦਾ, ਜਦੋਂ ਕੱਲ੍ਹ ਇਹ ਆਰਡਰ ਆ ਰਿਹਾ ਸੀ ਅਤੇ ਉਦੋਂ ਹਰੀਸ਼ ਸਾਲਵੇ ਜਿਹੜੇ ਇੱਕ ਪ੍ਰਾਈਵੇਟ ਪਟੀਸ਼ਨਰ ਲਈ ਉੱਥੇ ਅਪੀਅਰ ਹੋ ਰਹੇ ਨੇ, ਅਤੇ ਉਹਨਾਂ ਨੇ ਸਡਨਲੀ ਕੋਰਟ ਦਾ ਧਿਆਨ ਦਿਵਾਇਆ ਕਿ ਜੀ ਆਪਣੇ ਜਿਹੜੇ ਕਿਸਾਨਾਂ ਦੇ ਜਿਹੜੇ ਵਕੀਲ ਨੇ, ਜਿਵੇਂ ਦੁਸ਼ਯੰਤ ਦਵੇ ਹੋਏ, HS ਫੁਲਕਾ ਹੋਏ, ਪ੍ਰਸ਼ਾਂਤ ਭੂਸ਼ਣ ਹੋਏ, ਜਿਹੜੇ ਹੈਗੇ ਗੰਜ਼ਾਲਵਿਸ ਹੋਏ, ਉਹ ਉੱਥੇ ਮੌਜੂਦ ਨਹੀਂ ਹੈ। ਤੁਹਾਨੂੰ ਲੱਗਦਾ ਕਿ ਉਹਨਾਂ ਦੀ ਮੌਜੂਦਗੀ ਹੋਣੀ ਜ਼ਰੂਰੀ ਸੀ? ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਅਸਰ ਪੈਣਾ ਸੀ, ਜਾਂ ਇਹ ਕੋਈ ਵੱਡੀ ਗੱਲ ਨਹੀਂ ਹੈ? ਡਿਜ਼ਾਇਰੇਬਲ ਸੀ ਕਿ ਉਹ ਪੇਸ਼ ਹੁੰਦੇ, ਬਟ ਉਹਨਾਂ ਕੋਲ ਇੱਕ ਟੈਕਨੀਕਲ ਪਲੀ ਹੈ ਕਿ ਉਹ ਪੇਸ਼ ਨਹੀਂ ਹੋ ਸਕੇ, ਕਿਉਂਕਿ ਜਿਹੜਾ ਕੋਰਟ ਦਾ ਪਿਛਲੇ ਦਿਨ ਦਾ ਆਰਡਰ ਹੈ ਉਹ ਬੜਾ ਇੱਕ ਲਾਈਨ ਦਾ ਆਰਡਰ ਹੈ। ਉਹ ਕਹਿ ਰਿਹਾ ਹੈ ਕਿ ਫॉर ਆਰਡਰਸ ਟੁਮਾਰੋ। ਉਹਨਾਂ ਨੇ ਬਿਲਕੁਲ ਉਸ ਆਰਡਰ ਵਿੱਚ ਦੱਸਿਆ ਨਹੀਂ ਕਿ ਅਸੀਂ ਜਿਹੜੀ ਡਿਸਕਸ਼ਨ ਅੱਧੀ ਰਹਿ ਗਈ ਹੈ, ਬਹਿਸ ਹੋਰ ਸੁਣੀ ਜਾਵਾਂਗੇ, ਅਸੀਂ ਕੁਝ ਹੋਰ ਮਾਮਲਾ ਸੁਲਝਾਉਣਾ, ਅਸੀਂ ਕੋਈ ਹੋਰ ਸੁਜੈਸ਼ਨ ਲੈਣਾ। ਉਹਨਾਂ ਨੇ ਉਹਦੇ ਬਿਲਕੁਲ ਜੇ ਉੱਥੇ ਲਿਖਿਆ ਹੁੰਦਾ ਕਿਸੇ ਕਮੇਟੀ ਮੈਂਬਰ ਤੁਸੀਂ ਸੁਜੈਸਟ ਕਰੋ ਜਾਂ ਕੋਈ ਹੋਰ ਇਸ਼ੂ 'ਤੇ ਤੁਸੀਂ ਸਾਨੂੰ ਐਡਰੈਸ ਕਰੋ, ਕਿਉਂਕਿ ਪਹਿਲੇ ਦਿਨ ਵਿੱਚ ਤਕਰੀਬਨ ਸਾਰੀਆਂ ਆਰਗੂਮੈਂਟਸ ਕੰਪਲੀਟ ਹੋ ਗਈਆਂ ਸੀ। ਔਰ ਜਿਹੜਾ ਕਮੇਟੀ ਦਾ ਮਾਮਲਾ ਸੀ, ਉਹਨਾਂ ਨੇ ਸਾਡੇ ਵਕੀਲਾਂ ਨੇ ਜਾਂ ਕਿਸਾਨਾਂ ਦੇ ਵਕੀਲਾਂ ਨੇ ਇਹ ਕਿਹਾ ਸੀ ਕਿ ਅਸੀਂ ਆਪਣੇ ਕਿਸਾਨ ਆਰਗੇਨਾਈਜੇਸ਼ਨ ਤੋਂ ਪੁੱਛਾਂਗੇ, ਜੋ ਕਹਿਣਗੇ ਕਿ ਅਸੀਂ ਕਮੇਟੀ 'ਚ ਪਾਰਟੀਸਪੇਟ ਕਰਨਾ ਤਾਂ ਤੁਹਾਨੂੰ ਦੱਸ ਦਾਂਗੇ, ਜੋ ਕਹਿਣਗੇ ਕਿ ਕਮੇਟੀ 'ਚ ਪਾਰਟੀਸਪੇਟ ਨਹੀਂ ਕਰਨਾ ਤਾਂ ਗੱਲ ਮੁੱਕ ਜਾਂਦੀ ਹੈ। ਕਿਉਂਕਿ ਉਸ ਵੇਲੇ ਕੋਰਟ ਦਾ ਸਾਰਾ ਫੋਕਸ ਸੰਵਿਧਾਨਿਕ ਵੈਧਤਾ 'ਤੇ ਨਹੀਂ ਸੀ, ਲੀਗਲ ਆਰਗੂਮੈਂਟਸ 'ਤੇ ਨਹੀਂ ਸੀ। ਉਹ ਚਾਹੁੰਦੇ ਸੀ ਕਿ ਕੋਈ ਕਮੇਟੀ ਬਣ ਜਾਏ ਤਾਂ ਕਿ ਜਿਹੜਾ ਟੈਂਪਰੇਚਰ ਹੈ ਐਜੀਟੇਸ਼ਨ ਦਾ, ਕਿ ਕਿਸੇ ਤਰੀਕੇ ਦੀ ਕੋਈ ਅਨਫੋਰਸੀਨ ਸਰਕਮਸਟੈਂਸਿਸ ਜਾਂ ਘਟਨਾ ਨਾ ਹੋ ਜਾਏ, ਕੋਈ ਵਾਇਲੈਂਸ ਨਾ ਹੋ ਜਾਏ, ਕੋਈ ਸ਼ਰਾਰਤੀ ਤੱਤਵ ਨਾ ਆ ਜਾਏ, ਤਾਂ ਉਹ ਕੰਸਰਨ ਦੇ ਹਿਸਾਬ ਨਾਲ ਚਾਹੁੰਦੇ ਸੀ ਕਿ ਜੇ ਕਮੇਟੀ ਬੈਠ ਕੇ ਦੋਨਾਂ ਨੂੰ ਥੋੜ੍ਹਾ ਨੇੜੇ ਲਿਆਏ ਤਾਂ ਸ਼ਾਇਦ ਠੀਕ ਹੋ ਜਾਏ। ਤਾਂ ਉਸ ਵੇਲੇ ਜਿਹੜਾ ਪਹਿਲੇ ਦਿਨ ਦਾ ਮਾਹੌਲ ਸੀ, ਉਸ ਵੇਲੇ ਤਾਂ ਉਹਨਾਂ ਨੇ ਜਦੋਂ ਆਪਣੇ ਵਕੀਲ ਗਏ ਸੀ ਉਹਨਾਂ ਆਰਗੇਨਾਈਜੇਸ਼ਨ ਦਾ, ਉਹਨਾਂ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਅਸੀਂ ਨਹੀਂ ਕਮੇਟੀ ਦੇ ਸਾਹਮਣੇ ਆਉਣਾ, ਕਿਉਂਕਿ ਸਵਾਲ ਤਾਂ ਹੈਗਾ ਕਨਸਟੀਟਿਊਸ਼ਨੈਲਿਟੀ ਦਾ। ਜਿੰਨਾ ਮਰਜ਼ੀ ਚੰਗਾ ਕਾਨੂੰਨ ਹੋਵੇ, ਜੇ ਗਲਤ ਬੰਦੇ ਨੇ ਬਣਾਇਆ ਤਾਂ ਉਹ ਗਲਤ ਹੀ ਰਹੇਗਾ। ਤਾਂ ਉਹਨਾਂ ਨੂੰ ਕਿਹਾ ਕਿ ਸਾਨੂੰ ਪੂਰਾ ਡਾਊਟ ਹੈ ਇੰਟੈਂਸ਼ਨ ਆਫ ਸਰਕਾਰ ਦਾ। ਪਾਰਟਲੀ ਉਹਨਾਂ ਨੂੰ ਡਾਊਟ ਸੀ ਸੁਪਰੀਮ ਕੋਰਟ 'ਤੇ ਵੀ, ਤੇ ਇਸ ਕਰਕੇ ਕਿਸਾਨ ਜਥੇਬੰਦੀਆਂ ਨੇ ਇੱਕ ਦਿਨ ਪਹਿਲਾਂ ਇਸ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਰਤਾ ਸੀ ਸੁਪਰੀਮ ਕੋਰਟ ਨੂੰ ਵੀ, ਆਪਣੇ ਵਕੀਲਾਂ ਨੂੰ ਵੀ। ਤਾਂ ਹੋ ਸਕਦਾ ਵਕੀਲ ਉਸ ਕਰਕੇ ਨਾ ਆਏ ਹੋਣ, ਮਗਰ ਡਿਜ਼ਾਇਰੇਬਲ ਸੀ ਕਿਉਂਕਿ ਦੂਸਰੇ ਦਿਨ ਪੂਰੀ ਬਹਿਸ ਦੁਬਾਰਾ ਚੱਲੀ। ਜਿਹੜੀ ਘੰਟਾ ਡੇਢ ਘੰਟਾ ਪਹਿਲੇ ਦਿਨ ਚੱਲੀ ਸੀ, ਉਨੀ ਉਹ ਬਹਿਸ ਦੂਜੇ ਦਿਨ ਵੀ ਚੱਲੀ। ਉਹ ਜੇ ਹੁੰਦੇ ਤਾਂ ਥੋੜ੍ਹਾ ਜਿਹਾ ਫਰਕ ਪੈਣਾ ਹੀ ਸੀ। ਘੱਟੋ ਘੱਟ ਉਹ ਉਸੇ ਵੇਲੇ ਔਨ ਦਾ ਸਪੌਟ ਆਬਜੈਕਟ ਕਰ ਸਕਦੇ ਸੀ ਕਿ ਕਿਹੜੇ ਬੰਦੇ ਤੁਸੀਂ ਪ੍ਰਪੋਜ਼ ਕਰ ਰਹੇ ਹੋ। ਅਲਟੀਮੇਟਲੀ ਜੇ ਕੋਰਟ ਡਿਸਕਲੋਜ਼ ਕਰਦਾ ਤਾਂ ਉਹਨੂੰ ਇਮੀਡੀਏਟਲੀ ਆਬਜੈਕਟ ਕਰ ਸਕਦੇ ਸੀ, ਕਿਉਂਕਿ ਸਾਰੇ ਕੁਝ ਬੰਦਿਆਂ ਤੋਂ ਜਾਣਦੇ ਸੀ ਨਾ। ਜਿਹੜੇ ਉੱਥੇ ਐਗਰੀਕਲਚਰ ਯੂਨੀਅਨਸ ਹੈ ਉਹ ਆਪਣੇ ਯੂਨੀਅਨ ਵਾਲਿਆਂ ਨੂੰ ਤਾਂ ਜਾਣਦੇ ਹੀ ਹੈ। ਉਹ ਐਂਟੀਸਟੈਂਟ ਵੀ ਜਾਣਦੇ ਸੀ ਮਾਨ ਸਾਹਿਬ ਦੇ, ਉਹ ਐਂਟੀਸਟੈਂਟ ਵੀ ਜਾਣਦੇ ਸੀ ਬਾਕੀ ਬੰਦਿਆਂ ਦੇ। ਉਹਨਾਂ ਨੇ ਇਮੀਡੀਏਟਲੀ ਉਦੋਂ ਪੁਆਇੰਟ ਆਊਟ ਕਰ ਸਕਦੇ ਸੀ ਓਪਨ ਕੋਰਟ ਵਿੱਚ, ਤੇ ਔਖਾ ਹੋ ਜਾਂਦਾ ਸੀ ਫਿਰ ਜੱਜਾਂ ਨੂੰ ਉਹਨਾਂ ਨੂੰ ਕਮੇਟੀ ਦਾ ਮੈਂਬਰ ਬਣਾਉਣਾ। ਬਟ ਕਿਸਾਨ ਤਾਂ ਇੱਕ ਅਲੱਗ ਮੁੱਦਾ, ਤੇ ਉਹਨਾਂ ਨੂੰ ਯਕੀਨ ਹੀ ਨਹੀਂ ਹੈ। ਉਹਨਾਂ ਨੂੰ ਲੱਗ ਰਿਹਾ ਕਿ ਜਿਹੜੀ ਇਹ ਕਮੇਟੀ ਔਰ ਸਰਕਾਰੀ ਕਮੇਟੀ ਹੈ, ਇਹਨਾਂ ਦਾ ਪਰਪਸ ਦੋਨਾਂ ਦਾ ਇੱਕੋ ਹੀ ਹੈ ਕਿ ਤੁਸੀਂ ਡਿਲੇ ਕਰੋ, ਕਿਸਾਨ ਥੱਕ ਜਾਣਗੇ ਤਾਂ ਐਜੀਟੇਸ਼ਨ ਹੌਲੀ ਹੌਲੀ ਆਪਣੇ ਆਪ ਹੀ ਖਤਮ ਹੋ ਜਾਏਗੀ। ਜੀ ਮੈਂ ਸਾਹਿਬ ਇੱਕ ਹੋਰ ਚੀਜ਼ ਆਉਂਦੀ ਹੈ, ਕਿਸਾਨ ਕਦੇ ਵੀ ਸੁਪਰੀਮ ਕੋਰਟ ਨਹੀਂ ਸੀ ਜਾਣਾ ਚਾਹੁੰਦੇ, ਉਹ ਇਸ ਤਰ੍ਹਾਂ ਦਾ ਰਸਤਾ ਅਖਤਿਆਰ ਨਹੀਂ ਸੀ ਕਰਨਾ ਚਾਹੁੰਦੇ। ਤੁਹਾਨੂੰ ਪਤਾ ਵੀ ਸੁਪਰੀਮ ਕੋਰਟ ਨੇ ਜਦੋਂ ਪਹਿਲੀ ਵਾਰੀ ਸੁਣਵਾਈ ਹੁੰਦੀ ਹੈ ਤੇ 8 ਜਥੇਬੰਦੀਆਂ ਨੂੰ ਉਹਦੇ ਵਿੱਚ ਪਾਰਟੀ ਬਣਾਇਆ। ਇਹ ਕਿੰਨਾ ਕੁ ਅਧਿਕਾਰ ਆ ਕਿਸਾਨਾਂ ਦਾ ਕਿ ਜਿਹੜਾ ਹੈ, ਕਿਉਂਕਿ ਉਹ ਸੁਪਰੀਮ ਕੋਰਟ 'ਚ ਨਹੀਂ ਜਾਂਦੇ, ਨਾ ਜਾਣਾ ਉਹਨਾਂ ਦਾ ਅਧਿਕਾਰ ਆ, ਅਤੇ ਕੀ ਜ਼ਬਰਦਸਤੀ ਉਹਨਾਂ ਨੂੰ ਕਿਸੇ ਵੀ ਜਿਹੜੇ ਕੇਸ ਦੇ ਵਿੱਚ ਪਾਰਟੀ ਬਣਾਇਆ ਜਾ ਸਕਦਾ ਸੁਪਰੀਮ ਕੋਰਟ ਜਾਂ ਕਿਸੇ ਵੀ ਕੋਰਟ ਵੱਲੋਂ?
ਪਾਰਟੀ ਤਾਂ ਜਿਹੜਾ ਬਣਾਉਂਦਾ ਉਹ ਸੁਪਰੀਮ ਕੋਰਟ ਨਹੀਂ ਬਣਾਉਂਦਾ, ਉਹ ਤਾਂ ਜਿਹੜਾ ਪਾਰਟੀ ਪਟੀਸ਼ਨ ਬਣਾਉਂਦਾ ਉਹੀ ਬਣਾ ਦਿੰਦਾ ਜੀ। ਮੈਂ ਚਾਹਾਂ ਤਾਂ 20 ਬੰਦਿਆਂ ਨੂੰ ਪਾਰਟੀ ਬਣਾ ਦਾਂ, ਜਦੋਂ ਫਿਰ ਨੋਟਿਸ ਜਾਂਦਾ ਹੈ ਤੇ ਤੁਹਾਡੀ ਮਰਜ਼ੀ ਹੈ, ਤੁਸੀਂ ਪੇਸ਼ ਹੋ ਤੁਸੀਂ ਨਾ ਹੋ ਜੀ। ਕੋਰਟ ਮਜਬੂਰ ਨਹੀਂ ਤੁਹਾਨੂੰ ਕਰਦਾ, ਕੋਰਟ ਕਹਿੰਦਾ ਕਿ ਤੁਸੀਂ ਸਾਨੂੰ ਜਵਾਬ ਦੇਣਾ, ਬਹਿਸ ਕਰਨੀ ਕਰੋ, ਅਸੀਂ ਇੱਕ ਪਾਰਟੀ ਨੂੰ ਸੁਣ ਕੇ ਫੈਸਲਾ ਦੇ ਦਾਂਗੇ। ਸਿਰਫ ਕ੍ਰਿਮੀਨਲ ਕੇਸਾਂ ਵਿੱਚ ਜਿੱਥੇ ਕਿ ਟ੍ਰਾਇਲ ਹੁੰਦਾ, ਜਿੱਥੇ ਤੁਹਾਨੂੰ ਸਜ਼ਾ ਮਿਲਣੀ ਹੈ, ਸਿਰਫ ਉੱਥੇ ਤੁਹਾਡੀ ਪ੍ਰੈਜ਼ੈਂਸ ਲੋੜ ਹੁੰਦੀ ਹੈ, ਉੱਥੇ ਤੁਸੀਂ ਨਾ ਨਹੀਂ ਕਹਿ ਸਕਦੇ, ਤੁਹਾਨੂੰ ਅਰੈਸਟ ਕਰਕੇ ਵੀ ਲਿਆ ਜਾਏਗਾ। ਸੋ ਬਾਕੀ ਜਿਹੜੀਆਂ ਸਾਰੀਆਂ ਪ੍ਰੋਸੀਡਿੰਗਸ ਹੈ ਉਹਦੇ ਵਿੱਚ ਪੇਸ਼ ਹੋਣਾ ਕੋਈ ਜ਼ਰੂਰੀ ਨਹੀਂ ਹੈ। ਜੇ ਤੁਹਾਨੂੰ ਲੱਗਦਾ ਕਿ ਸਾਨੂੰ ਕੋਈ ਲੈਣਾ ਦੇਣਾ ਨਹੀਂ ਕੋਰਟ ਪ੍ਰੋਸੀਡਿੰਗ ਨਾਲ, ਔਰ ਜਿਸ ਤਰ੍ਹਾਂ ਕਿਸਾਨਾਂ ਨੇ ਸਟੈਂਡ ਵੀ ਲਿਆ ਇਹਦੇ ਵਿੱਚ ਬਹੁਤ ਵੱਡਾ ਰੋਲ ਐਕਚੁਅਲੀ ਪਿਛਲੀ 6 ਸਾਲ ਦੇ ਵਿੱਚ ਸੁਪਰੀਮ ਕੋਰਟ ਨੇ ਜਿੱਦਾਂ ਆਪਣੇ ਆਪ ਨੂੰ ਕੰਡਕਟ ਕੀਤਾ ਹੈ ਉਹ ਹੈ। ਇਕੱਲੇ ਕਿਸਾਨ ਹੀ ਡਾਊਟ ਨਹੀਂ ਕਰ ਰਹੇ, ਸੁਪਰੀਮ ਕੋਰਟ ਦੇ ਸਾਰਾ ਮੁਲਕ ਹੀ ਸੁਪਰੀਮ ਕੋਰਟ ਦੇ ਉੱਤੇ ਥੋੜਾ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ, ਕਿਉਂਕਿ ਪਿਛਲੇ 6 ਸਾਲ ਦੇ ਹਰ ਅਹਿਮ ਫੈਸਲੇ ਨੂੰ ਜਿਹੜਾ ਕਿ ਸਰਕਾਰ ਦੇ ਮਤ ਦੇ ਮੁਤਾਬਿਕ ਹੈ ਉਹ ਫੈਸਲੇ ਤਾਂ ਜਲਦੀ ਸੁਣਵਾਈ ਕਰਕੇ ਇਹਨਾਂ ਨੇ ਉੱਦਾਂ ਦੇ ਫੈਸਲੇ ਕਰਤੇ, ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਸਰਕਾਰ ਦੇ ਖਿਲਾਫ ਜਾਣਾ ਪਏਗਾ ਉਹ ਇਹਨਾਂ ਨੇ ਫੈਸਲੇ ਸੁਣਨ ਤੋਂ ਇਨਕਾਰ ਕਰਤਾ, ਤਾਂ ਉੱਥੇ ਤਰੀਕਾ ਪਾ ਰਹੇ। ਸਭ ਤੋਂ ਵੱਡੀ ਐਗਜ਼ਾਮਪਲ 370 ਅਮੈਂਡਮੈਂਟ ਦੀ ਹੈ ਕਿ ਤੁਸੀਂ ਪੂਰਾ ਇੱਕ ਪ੍ਰੋਵਿੰਸ ਨੂੰ ਜੇਲ੍ਹ ਬਣਾਤਾ, ਔਰ ਉੱਥੇ ਸਿਵਲ ਲਿਬਰਟੀਜ਼ ਜਿਹੜੇ ਹੇਬੀਅਸ ਕਾਰਪਸ ਨੂੰ ਸੇਕਰਡ ਰਿਟ ਮੰਨਦੇ ਆ ਕਿ ਸਭ ਤੋਂ ਇੰਪੋਰਟੈਂਸ ਜੇ ਕਿਸੇ ਕੋਰਟ ਕੋਲ ਹੁੰਦੀ ਹੈ ਉਹ ਹੇਬੀਅਸ ਕਾਰਪਸ ਦੀ ਹੁੰਦੀ ਹੈ, ਉਹ ਰਿਟਾਂ ਵੀ ਕੋਰਟ ਨੇ ਜਲਦੀ ਨਹੀਂ ਸੁਣੀਆਂ। ਜਿਸ ਜਦੋਂ ਮਹਿਬੂਬਾ ਮੁਫਤੀ ਰਿਲੀਜ਼ ਹੋ ਗਏ ਉਦੋਂ ਕੋਰਟ ਸੁਣਵਾਈ ਉਦੋਂ ਇਨਫਲਕਚਸ ਹੋ ਜਾਂਦੀ ਹੈ। ਇਸ ਕਰਕੇ ਉਸ ਤੇ ਫਿਰ ਲੋਕਾਂ ਨੂੰ ਜਿਹੜਾ ਸ਼ੱਕ ਪੈਣਾ ਸੁਭਾਵਿਕ ਹੀ ਸੀ, ਕਿਉਂਕਿ ਕੋਰਟ ਦੀ ਪਾਵਰ ਤਾਂ ਪਬਲਿਕ ਓਪੀਨੀਅਨ ਹੈ। ਜੇ ਕੋਰਟ ਇੰਪਾਰਸ਼ਲ ਹੋਣਗੇ ਸਾਰੀ ਦੁਨੀਆ ਨੂੰ ਦਿਖਦਾ ਹੈ, ਚੋਰੀ ਦਾ ਮਾਮਲਾ ਹੈ ਨਹੀਂ, ਤੇ ਜਿੱਦਣ ਕੋਰਟ ਇੰਪਾਰਸ਼ੈਲਿਟੀ ਛੱਡ ਦਿੰਦਾ ਹੈ, ਆਪਣੀ ਹਿੰਮਤ ਛੱਡ ਦਿੰਦਾ ਹੈ, ਆਪਣੀ ਇਮਾਨਦਾਰੀ ਛੱਡ ਦਿੰਦਾ ਹੈ, ਉਸ ਵੇਲੇ ਫਿਰ ਕੋਰਟ ਦਾ ਜੋ ਮਰਜ਼ੀ ਫੈਸਲਾ ਦੇ ਜਾਣਗੇ। ਲੋਕੀ ਜੇ ਮੰਨਣਗੇ ਨਹੀਂ ਤਾਂ ਕੋਰਟ ਦੇ ਪਹਿਲਾ ਪ੍ਰਿੰਸੀਪਲ ਹੈ ਸਾਡੇ ਫੈਸਲੇ ਕਿਸੇ ਨੇ ਮੰਨਣੇ ਨਹੀਂ ਤਾਂ ਫੈਸਲਾ ਦੇਣ ਦਾ ਵੀ ਕੀ ਫਾਇਦਾ ਜੀ। ਵੈਸੇ ਵੀ ਇੱਕ ਹੋਰ ਚੀਜ਼ ਜਿਹੜੀ ਸਾਹਮਣੇ ਆਈ ਹੈ ਉਹ ਇਹ ਆਈ ਹੈ ਕਿ ਤੁਹਾਨੂੰ ਪਤਾ ਕੇਂਦਰੀ ਮੰਤਰੀ ਹੋਣ, ਕੈਬਨਿਟ ਮੰਤਰੀ ਹੋਣ, ਤਰ੍ਹਾਂ ਤਰ੍ਹਾਂ ਦੇ ਨਾਮ ਉਹ ਦਿੰਦੇ ਆ, ਉਹਨਾਂ ਨੇ ਬਦਨਾਮ ਕਰਨ ਦੀ, ਡੀਫੇਮ ਕਰਨ ਦੀ ਬੜੀਆਂ ਕੋਸ਼ਿਸ਼ਾਂ ਕੀਤੀਆਂ, ਕਿਉਂਕਿ ਇੰਨੇ ਜ਼ਿੰਮੇਵਾਰ ਅਹੁਦਿਆਂ 'ਤੇ ਜਿਹੜੇ ਮੰਤਰੀ ਬੈਠੇ ਆ ਉਹਨਾਂ ਵੱਲੋਂ ਟਿੱਪਣੀਆਂ ਕਰਨੀਆਂ, ਕਦੇ ਅੱਤਵਾਦੀ ਕਹਿਣਾ ਜਾਂ ਖਾਲਿਸਤਾਨੀ ਕਹਿਣਾ ਜਾਂ ਮਾਓਵਾਦੀ ਕਹਿਣਾ ਜਾਂ ਟੁਕੜੇ ਟੁਕੜੇ ਗੈਂਗ ਕਹਿਣਾ, ਇਹ ਕੋਈ ਸ਼ੋਭਾ ਨਹੀਂ ਦਿੰਦਾ। ਕੱਲ੍ਹ ਕੋਰਟ ਦੇ ਵਿੱਚ ਜਦੋਂ ਤੁਹਾਨੂੰ ਪਤਾ ਉੱਥੇ ਅਟਾਰਨੀ ਜਨਰਲ ਵੀ ਉੱਥੇ ਮੌਜੂਦ ਸੀ ਅਤੇ ਸੋਲੀਸਿਟਰ ਜਨਰਲ ਵੀ ਮੌਜੂਦ ਸੀ, ਉਹਨਾਂ ਨੇ ਇੱਕ ਗੱਲ ਕਹੀ ਕਿ ਜਿਹੜੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਐਲੀਮੈਂਟਸ ਆ, ਔਰ ਖ਼ਾਸ ਤੌਰ 'ਤੇ ਉਹਨਾਂ ਨੇ ਨਾਂ ਲਿਆ ਸਿੱਖਸ ਫॉर ਜਸਟਿਸ ਦਾ, ਉਹ ਆ ਗਿਆ ਅਤੇ ਹੁਣ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ 'ਤੇ ਐਫੀਡੇਵਿਟ ਫਾਈਲ ਕਰੋ। ਇਸ ਬਾਰੇ ਤੁਸੀਂ ਕੀ ਸਮਝਦੇ ਹੋ? ਦੇਖੋ, ਸਿੱਖਸ ਜਦੋਂ ਕੋਈ ਓਪਨ ਐਜੀਟੇਸ਼ਨ ਹੁੰਦੀ, ਕੋਈ ਐਜੀਟੇਸ਼ਨ ਇਹੋ ਜਿਹੀ ਨਹੀਂ ਹੁੰਦੀ ਕਿ ਉਹਦੇ 'ਚ ਇਹੋ ਜਿਹੇ ਤੱਤਵ ਨਾ ਆ ਸਕਣ, ਮਗਰ ਸਿੱਖਸ ਫॉर ਜਸਟਿਸ ਐਂਡ ਅਟਾਰਨੀ ਜਨਰਲ ਦਾ ਕਹਿਣਾ ਇਹਦੇ 'ਚ ਮੈਨੂੰ ਬੜਾ ਅਜੀਬ ਜਿਹਾ ਕੋਇਨਸੀਡੈਂਟ ਦਿਖਿਆ, ਕਿਉਂਕਿ ਜਿਹੜੀ ਸਿੱਖਸ ਫॉर ਜਸਟਿਸ ਦਾ ਕੰਪੇਨ ਸੀ ਉਹ 2020 ਤੱਕ ਹੀ ਸੀ। ਉਹਨਾਂ ਨੇ ਬੰਦ ਵੀ ਕਰਤਾ ਸੀ ਆਪਣਾ ਇਲੈਕਟ੍ਰੋਨਿਕ ਕੰਪੇਨ, ਜਿਹੜੀਆਂ ਰਿਕਾਰਡਡ ਕਨਵਰਸੇਸ਼ਨ ਹੁੰਦੀਆਂ ਸਾਰਾ ਕੁਝ ਬੰਦ ਹੋ ਗਿਆ ਸੀ। ਉਹ ਕਦੋਂ ਚੱਲਿਆ? ਉਹ 12 ਦੀ ਤਰੀਕ ਨੂੰ ਚੱਲਣਾ ਸ਼ੁਰੂ ਹੋਇਆ, ਔਰ 1 ਘੰਟੇ ਬਾਅਦ ਅਟਾਰਨੀ ਜਨਰਲ ਕਹਿ ਰਿਹਾ। ਇਸ ਕਰਕੇ ਸਿੱਖਸ ਫॉर ਜਸਟਿਸ ਦਾ ਕੰਪੇਨ ਮੈਨੂੰ ਲੱਗਦਾ ਨਹੀਂ, ਔਰ ਇਹਦੇ ਵਿੱਚ ਅਟਾਰਨੀ ਜਨਰਲ ਨੂੰ 1 ਘੰਟੇ 'ਚ ਪਤਾ ਲੱਗ ਜਾਣਾ ਔਰ ਸੁਪਰੀਮ ਕੋਰਟ ਵਿੱਚ ਬੋਲ ਦੇਣਾ, ਇਹ ਦੋਨਾਂ ਵਿੱਚ ਬੜਾ ਲਿੰਕ ਲੱਗਦਾ ਹੈ। ਇਹ ਕੋਇਨਸੀਡੈਂਟ ਕਹਿ ਲਓ, ਇਹ ਲਿੰਕ ਲੱਗ ਦੋ, ਕਿਉਂਕਿ ਸਿੱਖਸ ਫॉर ਜਸਟਿਸ ਦਾ ਕੰਪੇਨ ਤਾਂ 2020 ਦਾ ਸੀ। ਉਹਨਾਂ ਦਾ ਕੋਈ ਮਤਲਬ ਨਹੀਂ ਸੀ ਕਿ ਉਹੀ ਹੋਇਆ ਕੰਪੇਨ 2021 ਦੇ 'ਚ ਉਹਨਾਂ ਨੇ ਆਪਣੇ ਆਪ ਬੰਦ ਕਰਤਾ ਸੀ। ਉਹ ਦੁਬਾਰਾ ਉਦੋਂ ਹੀ ਸਟਾਰਟ ਕਰਨ ਜਿੱਦਾਂ ਸੁਪਰੀਮ ਕੋਰਟ ਦੀ ਸੁਣਵਾਈ ਹੋ ਰਹੀ ਹੈ ਔਰ ਉਹਦੇ ਬਾਰੇ ਅਟਾਰਨੀ ਜਨਰਲ ਹੀ ਬੋਲੇ, ਤਾਂ ਇਹਦਾ ਮਤਲਬ ਹੈ ਉਹਨਾਂ ਨੇ ਸਿੱਖਸ ਫॉर ਜਸਟਿਸ ਐਕਟ ਕਿਸਾਨਾਂ ਦੀ ਸਾਰੀ ਜਿਹੜੀ ਹੈਗੀ ਹੈ ਪ੍ਰੋਟੈਸਟ ਨੂੰ ਅੰਡਰਮਾਈਨ ਕਰਨ ਦਾ ਸੀ, ਕਿਉਂਕਿ ਉਹਨੂੰ ਹੋਰ ਤਾਂ ਕੋਈ ਫਾਇਦਾ ਹੋਣਾ ਨਹੀਂ ਸੀ। ਔਰ ਬੜੀਆਂ ਆਰਗੇਨਾਈਜੇਸ਼ਨ ਆ ਸਿੱਖਾਂ ਵਿੱਚ ਜਿਹੜੀਆਂ ਕਿ ਬੜੀ ਵਾਰੀ ਸਿੱਖਾਂ ਦੇ ਇੰਟਰਸਟ ਵਿੱਚ ਕੰਮ ਨਹੀਂ ਕਰਦੀਆਂ, ਉਹ ਓਪਨਲੀ ਚਾਹੇ ਕਰਦੇ ਨੇ। ਹੋ ਸਕਦਾ ਕਿ ਇਹ ਕਿਉਂਕਿ ਆਰਗੇਨਾਈਜੇਸ਼ਨ ਭਾਰਤ ਦੇ ਵਿੱਚ ਬੈਨ ਆ ਜਾਂ ਇਸ ਕਰਕੇ ਨਾ ਕੋਈ ਸੁਪਰੀਮ ਕੋਰਟ ਨੇ ਇਹਦਾ ਸੰਗਿਆਨ ਲਿੱਤਾ ਹੋਵੇ। ਨਹੀਂ, ਬੈਨ ਹੋਏ ਜਾਂ ਨਾ ਹੋਏ, ਬਟ ਆਰਗੇਨਾਈਜੇਸ਼ਨ ਐਗਜ਼ਿਸਟ ਤਾਂ ਕਰਦੀ ਹੈ, ਉਹਦਾ ਇੰਪੈਕਟ ਪੈਂਦਾ ਹੈ। ਇੱਥੇ ਇੰਨੇ ਮੁੰਡੇ ਅਰੈਸਟ ਹੋ ਰਹੇ ਉਹਨਾਂ ਦੇ ਕੰਪੇਨ ਕਰਕੇ, ਤੇ ਹਾਲਾਂਕਿ ਉਹਨਾਂ ਦਾ ਕੰਪੇਨ ਬਿਲਕੁਲ ਪੀਸਫੁਲ ਸੀ, ਉਹਦੇ 'ਚ ਕੋਈ ਕਾਨੂੰਨੀ ਨਜ਼ਰ ਨਹੀਂ ਆਉਣੀ ਚਾਹੀਦੀ ਸੀ, ਬਟ ਉਹ ਕਹਿੰਦੇ ਕਿ ਜਦੋਂ ਉਹਨਾਂ ਨੇ ਓਪਨਲੀ ਕਹਿ ਰਹੇ ਕਿ ਅਸੀਂ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ, ਚਾਹੇ ਕੌਨਸਟੀਟਿਊਸ਼ਨਲ ਮੈਥਡ ਨਾਲ ਕਰਾਉਣਾ, ਚਾਹੇ UN ਦੀ ਇੰਟਰਵੈਂਸ਼ਨ ਨਾਲ ਕਰਾਉਣਾ, ਤਾਂ ਇੱਥੇ ਉਹਨੂੰ offense ਬਣ ਕੇ ਉਹਨਾਂ ਨੇ FIR ਦਰਜ ਕਰ ਲਏ। ਤੇ ਜਿਹੜੇ ਬੱਚਿਆਂ ਨੇ ਥੋੜ੍ਹੇ ਪੋਸਟਰ ਬਣਾਏ ਸੀ ਵਿਚਾਰੇ 2-2 ਸਾਲ ਤੋਂ ਜੇਲ੍ਹ ਵਿੱਚ ਹੈ। ਸੋ ਜਿਹੜਾ ਕੰਪੇਨ ਤੁਹਾਡਾ ਬੇਸਿਕਲੀ ਉਹਦਾ ਕੋਈ ਲੀਗਲ ਬੇਸਿਸ ਇਸ ਲਈ ਨਹੀਂ ਹੈਗਾ ਕਿਉਂਕਿ UN ਦਾ ਕੋਈ ਉਹਦੇ ਕੋਲ ਮਿਲਟਰੀ ਫੋਰਸ ਹੈ ਨਹੀਂ, ਉਹ ਕਿਸੇ ਕੰਟਰੀ ਨੂੰ ਤੋੜ ਨਹੀਂ ਸਕਦੀ, ਉਹ ਕਿਸੇ ਨੂੰ ਕੁਛ ਨਹੀਂ ਕਰ ਸਕਦੀ। ਸੋ ਇਸ ਕਰਕੇ ਜਿਹੜਾ ਸਾਰਾ ਕੰਪੇਨ ਤਾਂ ਉਸ ਹਿਸਾਬ ਨਾਲ ਬਿਲਕੁਲ ਮੈਨੂੰ ਯਾਦ ਹੈ ਜਗਜੀਤ ਸਿੰਘ ਚੌਹਾਨ ਦਾ ਜਿਹੜਾ ਸਿੱਖ ਸਥਾਨ ਦਾ ਸੀ ਕੰਪੇਨ ਉਹੋ ਜਿਹਾ ਹੈ ਕਿ ਟਰਾਂਸਮਿਟਰ ਲਾ ਦਿਓ, ਰੇਡੀਓ ਬਣਾ ਦਿਓ। ਉਹਨਾਂ ਨੇ ਸਾਰੇ ਜਿਹੜੇ ਕੰਪੇਨ ਸੀ ਕਿ ਉਹ ਵਿਸ਼ੇਟ ਕਰਦੇ ਆ, ਰਾਦਰ ਪੰਜਾਬ ਦੇ ਲੋਕਾਂ ਦੇ ਜਿਹੜੇ ਹੱਕ ਹੈ ਜਾਂ ਉਹਨਾਂ ਦੇ ਕੰਪੇਨ ਨੂੰ ਉਹਨੂੰ ਖਰਾਬ ਕਰਦੇ ਨੇ।
ਅਟਾਰਨੀ ਜਨਰਲ ਦਾ ਇੱਕੋ ਦਮ ਇਹ ਕਹਿ ਦੇਣਾ ਕਿ ਦੇਖੋ ਜੀ ਐਲੀਮੈਂਟਸ ਆ, ਤਾਂ ਮੈਨੂੰ ਲੱਗਦਾ ਨਹੀਂ ਤੁਹਾਡੀ ਮੈਨੂੰ ਸਮਝ ਆ ਰਹੀ ਹੈ ਕਿ ਬਹੁਤ ਜ਼ਿਆਦਾ ਇਹਦੇ ਉੱਤੇ ਬੇਸਿਸ ਹੈ। ਜਿਸ ਤਰ੍ਹਾਂ ਉਹ ਕਹਿੰਦੇ ਸਾਡੇ ਕੋਲ ਇੰਟੈਲੀਜੈਂਸ ਬਿਊਰੋ ਦੀਆਂ ਰਿਪੋਰਟਸ ਆ, ਤਾਂ ਉਹਨਾਂ ਨੇ ਕਿਹਾ ਕਿ ਦਿਓ ਜੀ ਫਿਰ ਸਾਨੂੰ ਐਫੀਡੇਵਿਟ ਦਿਓ, ਕਿਉਂਕਿ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਇੰਟੈਲੀਜੈਂਸ ਬਿਊਰੋ ਚਲਾਉਂਦੀ ਹੈ, ਉਹੀ ਫੰਡਿੰਗ ਕਰਦੀ ਹੈ। ਦੂਜਾ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ, ਆਰਗੇਨਾਈਜੇਸ਼ਨ ਨੂੰ ਨਹੀਂ ਪਤਾ ਹੁੰਦਾ ਕਿਵੇਂ ਤੁਸੀਂ ਪਾਰਟ ਆਫ ਦਾ ਤੁਸੀਂ ਆਪਣੇ ਆਪ ਟੂਲ ਬਣ ਜਾਂਦੇ ਹੋ। ਮਗਰ ਸਰਟਨਲੀ ਜਿਹੜਾ 6 ਆਫ ਜਸਟਿਸ ਦਾ ਕੰਪੇਨ ਸਟਾਰਟ ਹੋਇਆ 12 ਜਨਵਰੀ ਨੂੰ, ਔਰ 12 ਜਨਵਰੀ ਨੂੰ ਹੀਅਰਿੰਗ ਦੇ ਵਿੱਚ ਹੋਇਆ, ਉਹਦੇ ਵਿੱਚ ਵਾਕਿਆ ਹੀ ਇਟ ਇਜ਼ ਟੂ ਮਚ ਆਫ ਅ ਕੋਇਨਸੀਡੈਂਟ। ਲਾਈਫ ਵਿੱਚ ਇੰਨੇ ਕੋਇਨਸੀਡੈਂਟ ਨਹੀਂ ਹੁੰਦੇ ਤੇ ਇਸ ਕਰਕੇ ਮੈਨੂੰ ਖਾਸਾ ਡਾਊਟ ਹੋਇਆ। ਐਸਾ ਮੇਰਾ ਇੱਕ ਬੜਾ ਅਹਿਮ ਸਵਾਲ ਇਹ ਹੈ ਕਿ ਸੁਪਰੀਮ ਕੋਰਟ ਦਾ ਹੁਣ ਜਿੱਦਾਂ ਪੈਨਲ ਬਣਿਆ, ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਇਹਦੇ ਅੱਗੇ ਪੇਸ਼ ਹੋ ਕੇ ਆਪਣਾ ਜੋ ਵੀ ਕਹਿਣਾ ਤੁਸੀਂ ਕਹਿ ਸਕਦੇ ਹੋ। ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋਈਆਂ, 8 ਗੇੜ ਦੀਆਂ ਮੀਟਿੰਗਾਂ ਹੋਈਆਂ, ਕੋਈ ਸਿੱਟਾ ਨਹੀਂ ਨਿਕਲਿਆ। ਕਿਤੇ ਇਸ ਤਰ੍ਹਾਂ ਦਾ ਇੰਪਰੈਸ਼ਨ ਲੋਕਾਂ ਵਿੱਚ ਤਾਂ ਨਹੀਂ ਜਾਏਗਾ ਕਿ ਦੇਖੋ ਜੀ ਕਿਸਾਨਾਂ ਦੀ ਹੱਠ ਧਰਮੀ ਜ਼ਿਆਦਾ, ਸੁਪਰੀਮ ਕੋਰਟ ਦੀ ਵੀ ਨਹੀਂ ਗੱਲ ਮੰਨ ਰਹੇ, ਕੇਂਦਰ ਸਰਕਾਰ ਦੀ ਨਹੀਂ ਮੰਨ ਰਹੇ। ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਇਹ 'ਚ ਬਹੁਤ ਲਕੂਨਾਜ਼ ਨਾ, ਪੈਨਲ ਦਾ ਠੀਕ ਨਾ ਬਣਨਾ, ਜਾਂ ਜਿਹੜੀ ਕਿਸਾਨਾਂ ਦੀ ਗੱਲ ਨਾ ਸੁਣਨੀ, ਕੋਈ ਇਸ ਤਰ੍ਹਾਂ ਦਾ ਮਾਹੌਲ ਜਾਂ ਇਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਪਰਸੈਪਸ਼ਨ ਤਾਂ ਨਹੀਂ ਜਾਏਗੀ। ਐਕਚੁਅਲੀ ਡੈਮੋਕ੍ਰੇਸੀ ਵਿੱਚ ਜਿਹੜੀ ਨੈਗੋਸੀਏਸ਼ਨ ਹੈ ਉਹ ਬੜਾ ਕੰਪਲੈਕਸ ਪ੍ਰੋਸੈਸ ਹੈ ਜੀ। ਕਿਸਾਨ ਦੀ ਐਜੀਟੇਸ਼ਨ ਬੜੀ ਸਿੱਧੀ ਹੈ ਤੇ ਐਪਰੈਂਟਲੀ ਜਿਹੜੀ ਪੰਜਾਬ ਦੀ ਬੇਸਿਕਲੀ ਜਿਹੜਾ ਮੈਥਡ ਆਫ ਡੀਲਿੰਗ ਉਹ ਬੜਾ ਸਿੱਧਾ ਹੈ। ਦੇ ਉਹ ਦੁਸ਼ਮਣ ਨੂੰ ਲਾਈਕ ਕਰਦੇ ਜਿਹੜਾ ਸਾਹਮਣੇ ਹੋਵੇ, ਜਿਹੜਾ ਪਿੱਛੋਂ ਝੂਠ ਚਲਾਕੀ ਉਹਨਾਂ ਨੂੰ ਵੈਸੇ ਉਹ ਤੋਂ ਨਫ਼ਰਤ ਆ ਜਾਂਦੀ। ਜਿਹੜਾ ਆਪਣਾ ਸ਼ਬਦਾਂ ਦਾ ਮੁੱਕਰ ਜਾਵੇ, ਪੰਜਾਬ ਵਿੱਚ ਇੱਕ ਬੇਸਿਕ ਨਫ਼ਰਤ ਹੈ ਉਹਨਾਂ ਬੰਦਿਆਂ ਤੋਂ ਜਿਹੜੇ ਆਪਣੇ ਸ਼ਬਦਾਂ 'ਤੇ ਖੜੇ ਨਹੀਂ ਹੁੰਦੇ। ਤਾਂ ਉਹ ਹਿਸਾਬ ਨਾਲ ਇਹ ਸਰਕਾਰ ਉਹ ਸਭ ਤੋਂ ਜ਼ਿਆਦਾ ਅਨਪੋਪੂਲਰ ਹੋ ਗਈ ਪੰਜਾਬ ਵਿੱਚ, ਕਿਉਂਕਿ ਇਹਨਾਂ ਨੇ ਤਾਂ ਰਿਕਾਰਡ 'ਤੇ ਝੂਠ ਬੋਲਣਾ ਸ਼ੁਰੂ ਕਰਤਾ, ਪਾਰਲੀਮੈਂਟ 'ਤੇ ਝੂਠ ਬੋਲਣਾ ਸ਼ੁਰੂ ਕਰਤਾ। ਅਤੇ ਇਸ ਲਈ ਉਹਨਾਂ ਦੀ ਜਿਹੜੀ ਨੈਗੋਸ਼ੀਏਟਿੰਗ ਜਿਹੜੀ ਐਬਿਲਿਟੀ ਕਿਸਾਨ ਐਂਡ ਸਰਕਾਰ ਵਿੱਚ ਇੰਨਾ ਫਰਕ ਆ ਗਿਆ। ਸਰਕਾਰ ਉਹ ਛੋਟੇ ਛੋਟੇ ਝੂਠ ਬੋਲੀ ਜਾਂਦੀ ਹੈ, ਫਿਰ ਬਹੁਤ ਝੂਠ ਬੋਲਦਾ, ਕਿਸਾਨਾਂ ਨੂੰ ਬੁਰਾ ਲੱਗਦਾ। ਤਾਂ ਅਲਟੀਮੇਟਲੀ ਉਹਨਾਂ ਨੇ ਮੂੰਹ ਬੰਦ ਕਰਕੇ ਰੱਖ ਕੇ, ਕਿਉਂਕਿ ਤੁਸੀਂ ਨੈਗੋਸ਼ੀਏਟ ਉਸੇ ਪਾਰਟੀ ਨਾਲ ਕਰਦੇ ਹੋ ਜਿੱਥੇ ਘੱਟੋ ਘੱਟ ਬੇਸਿਕ ਡੀਸੈਂਸੀ ਹੋ, ਸੱਚ ਤਾਂ ਬੋਲੋ। ਅਤੇ ਇਹ ਸਰਕਾਰ ਨੇ ਆਪਣੀ ਕ੍ਰੈਡੀਬਿਲਿਟੀ ਇੰਨੀ ਥੱਲੇ ਕਰ ਲਈ ਕਿ ਕਿਸਾਨਾਂ ਨੂੰ ਲੱਗਦਾ ਕਿ ਇਹ ਨੈਗੋਸੀਏਸ਼ਨ ਘੱਟ ਕਰ ਰਿਹਾ, ਡਰਾਮਾ ਜ਼ਿਆਦਾ ਕਰ ਰਿਹਾ। ਮਗਰ ਡੈਮੋਕ੍ਰੇਸੀ ਡਰਾਮੇ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਜਿਹੜਾ ਰੈਸਟ ਆਫ ਇੰਡੀਆ ਹੈ, ਜਿਹੜਾ ਰੈਸਟ ਆਫ ਕੰਟਰੀ ਹੈ, ਉਹਨੂੰ ਤਾਂ ਨਹੀਂ ਪਤਾ ਇਹ ਗੱਲਾਂ। ਪੰਜਾਬ ਨੂੰ ਪਤਾ, ਹਰਿਆਣੇ ਨੂੰ ਪਤਾ ਹੈ, ਜਿਹੜੇ ਐਜੀਟੇਸ਼ਨਿਸਟ ਹੈ ਉਹਨਾਂ ਨੂੰ ਪਤਾ ਹੈ, ਜਿਹੜੇ ਨੈਗੋਸ਼ੀਏਟਰ ਉਹਨਾਂ ਨੂੰ ਪਤਾ ਹੈ, ਅਤੇ ਬਾਕੀ ਦੁਨੀਆ ਲਈ ਤਾਂ ਪਰਸੈਪਸ਼ਨ ਇੰਪੋਰਟੈਂਟ ਚੀਜ਼ ਹੈ। ਸੋ ਜੇ ਤੁਸੀਂ ਇੰਨੀ ਸਕਿੱਲ ਕ੍ਰੀਏਟ ਕਰ ਲਈ ਹੈ, ਜੇ ਤੁਸੀਂ ਇੰਨੀ ਸੋਹਣੀ ਦੁਨੀਆ ਦੀ ਸਭ ਤੋਂ ਵੱਡੀ ਪੀਸਫੁਲ ਐਜੀਟੇਸ਼ਨ ਨੂੰ ਇੰਨੇ ਦਿਨ ਸਸਟੇਨ ਕਰ ਲਿਆ ਹੈ, ਤਾਂ ਜਿਹੜੀ ਨਾਲ ਦੀ ਜਿਹੜੀ ਥੋੜ੍ਹੀ ਜਿਹੜੀ ਨੈਗੋਸ਼ੀਏਟਿੰਗ ਸਕਿੱਲ ਹੈ, ਜਿਹਨੂੰ ਕਹਿੰਦਾ ਕਿ ਲੋਕਤੰਤਰ ਦੇ ਵਿੱਚ ਜਿਹੜੀ ਨੈਗੋਸ਼ੀਏਟਿੰਗ ਸਕਿੱਲ ਹੈ ਥੋੜ੍ਹੀ ਅਲੱਗ ਹੁੰਦੀ ਹੈ। ਇਹਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਤੁਹਾਨੂੰ ਐਂਬੀਗੂਅਸ ਹੋਣਾ ਪੈਂਦਾ। ਇਹਦੀ ਭਾਸ਼ਾ ਤੁਹਾਨੂੰ ਸਪਸ਼ਟ ਬਲੈਕ ਐਂਡ ਵਾਈਟ ਭਾਸ਼ਾ ਵਿੱਚ ਤੁਸੀਂ ਨੈਗੋਸ਼ੀਏਟ ਕਰ ਹੀ ਨਹੀਂ ਸਕਦੇ। ਸੋ ਇਹ ਸਕਿੱਲ ਵੀ ਕਿਸਾਨਾਂ ਨੂੰ ਸਿੱਖ ਲੈਣੀ ਚਾਹੀਦੀ ਹੈ। ਉਹਨਾਂ ਨੇ ਇੰਨੀਆਂ ਸਕਿੱਲਾਂ ਸਿੱਖ ਲਈਆਂ, ਉਹਨਾਂ ਨੇ ਆਰਮੀ ਸਕਿੱਲ ਸਿੱਖ ਲਈ, ਉਹਨਾਂ ਨੇ ਨੈਪੋਲੀਅਨ ਦਾ ਜਿਹੜਾ ਕਥਨ ਸੀ ਕਿ ਆਰਮੀ ਮਾਰਚਿਸ ਔਨ ਸਟਮਕ, ਇਹਨਾਂ ਨੇ ਸਾਬਤ ਕਰਤਾ ਕਿ ਪ੍ਰੋਟੈਸਟਰ ਆਲਸੋ ਮਾਰਚਿਸ ਐਂਡ ਪ੍ਰੋਟੈਸਟ ਔਨ ਦ ਸਟਮਕ। ਤੇ ਸਾਰਾ ਇਹਨਾਂ ਨੇ ਸਪਲਾਈ ਲਾਈਨਸ ਬਣਾ ਲਈਆਂ, ਬਿਲਕੁਲ ਬਹੁਤ ਸੋਹਣੇ ਢੰਗ ਨਾਲ ਕੀਤੀਆਂ। ਤੇ ਇਸੇ ਲਈ ਬੜਾ ਵੱਡਾ ਅਚੰਭਾ ਸੀ ਸਾਰੀਆਂ ਏਜੰਸੀਆਂ ਨੂੰ, ਸਰਕਾਰ ਦੀਆਂ, ਜਿਹੜੀਆਂ ਕਿ ਐਂਟੀਸਪੇਟ ਵੀ ਨਹੀਂ ਕਰ ਸਕੀਆਂ। ਔਰ ਸੁਪਰੀਮ ਕੋਰਟ ਨੇ ਤਾਂ ਬਲਕਿ ਇਸ ਚੀਜ਼ ਦੀ ਸ਼ਲਾਘਾ ਵੀ ਕੀਤੀ ਹੈ ਕਿ ਤੁਹਾਡਾ ਜਿਹੜਾ ਹਜੇ ਤੱਕ ਜਿਹੜਾ ਪ੍ਰੋਟੈਸਟ ਆ ਬੜਾ ਪੀਸਫੁਲ ਹੈ। ਉਸ ਹਿਸਾਬ ਨਾਲ ਚਾਹੇ ਕ੍ਰੈਡੀਬਿਲਿਟੀ ਘੱਟ ਹੋਵੇ ਚਾਹੇ ਜ਼ਿਆਦਾ ਹੋਵੇ, ਪਬਲਿਕ ਪਰਸੈਪਸ਼ਨ ਲਈ ਵੀ ਸਾਨੂੰ ਪਾਰਟੀਸਪੇਟ ਕਰਨਾ ਚਾਹੀਦਾ। ਜੁਡੀਸ਼ੀਅਲ ਪ੍ਰੋਸੀਡਿੰਗ ਵਿੱਚ ਤਾਂ ਕਮੇਟੀ ਦੇ ਅੱਗੇ ਵੀ, ਕਿਉਂਕਿ ਕਮੇਟੀ ਦੀ ਰਿਪੋਰਟ ਤਾਂ ਆਪ ਹੀ ਆਪਣੇ ਆਪ ਨੂੰ ਰਿਵੀਲ ਕਰ ਰਹੇਗੀ। ਉਹਨਾਂ ਦੇ ਆਲਰੇਡੀ ਜਿਹੜੇ ਪਰਸਨਲ ਬਾਇਓਡਾਟਾ ਰਿਵੀਲ ਕਰ ਰਹੇ ਨੇ, ਤੁਸੀਂ ਉਹਨੂੰ ਬਦਲਣ ਦੀ ਵੀ ਕੋਸ਼ਿਸ਼ ਕਰ ਸਕਦੇ ਹੋ ਜੇ, ਕਿਉਂਕਿ ਜਿਹੜਾ ਹਮੇਸ਼ਾ ਹੀ ਨੈਗੋਸੀਏਸ਼ਨ ਜਿਹੜਾ ਇੱਕ ਰਵੱਈਆ ਹੁੰਦਾ ਕਿ ਅਸੀਂ ਗੱਲ ਹੀ ਨਹੀਂ ਕਰਨੀ, ਉਹਦੇ ਨਾਲ ਜਿਹੜੀ ਪਬਲਿਕ ਪਰਸੈਪਸ਼ਨ ਤਾਂ ਲਾਸ ਹੁੰਦਾ ਹੀ ਹੈ। ਔਰ ਅਲਟੀਮੇਟਲੀ ਲੜਾਈ ਸਿਰਫ ਕਾਨੂੰਨਾਂ ਦੀ ਨਹੀਂ ਹੈ, ਇਹ ਲੜਾਈ ਐਕਚੁਅਲੀ ਪੋਲਿਟਿਕਸ ਬਦਲ ਦਿੰਦੀ ਹੈ। 6 ਸਾਲ ਦੀ ਕਮਿਊਨਲ ਏਜੰਡਾ ਤੇ ਜਿਹੜੀ ਪੋਲਿਟਿਕਸ ਖੇਲੀ ਗਈ, ਉਸ ਪੋਲਿਟਿਕਸ ਦਾ ਨੈਰੇਟਿਵ ਪਹਿਲੀ ਵਾਰੀ ਕਿਸਾਨਾਂ ਨੇ ਬਦਲਿਆ। ਪੰਜਾਬ ਹਰਿਆਣਾ ਦੀ ਨਫ਼ਰਤ ਪਹਿਲੀ ਵਾਰੀ ਕਿਸਾਨਾਂ ਨੇ ਪਿਆਰ 'ਚ ਬਦਲਤੀ, ਗਵਰਨਮੈਂਟ ਦੇ ਐਫਰਟ ਕਰਨ ਦੇ ਬਾਵਜੂਦ ਵੀ। ਸੋ ਗਵਰਨਮੈਂਟ ਇੱਥੇ ਇਸ ਵੇਲੇ ਪੈਟੀ ਮਾਈਂਡਡ ਨਜ਼ਰ ਆ ਰਹੀ ਹੈ, ਗਵਰਨਮੈਂਟ ਕਮਿਊਨਲ ਨਜ਼ਰ ਆ ਰਹੀ ਹੈ। ਗਵਰਨਮੈਂਟ ਲੱਗ ਰਹੀ ਹੈ ਕਿ ਉਹ ਲੋਕਾਂ ਨੂੰ ਪਿਆਰ ਨਹੀਂ ਕਰਦੇ, ਉਹਨਾਂ ਨੂੰ ਡਿਵਾਈਡ ਕਰਦੇ ਆ। ਆਪਣਾ ਜਿਹੜਾ ਹੁੰਦਾ ਨਾ ਉੱਲੂ ਸਿੱਧਾ ਛੋਟਾ ਸਵਾਰਥ ਲਈ ਗਵਰਨਮੈਂਟ ਕਰ ਰਹੀ ਹੈ। ਗਵਰਨਮੈਂਟ ਦਾ ਇਮੇਜ ਹੋਣਾ ਨਹੀਂ ਚਾਹੀਦਾ, ਉਹਨਾਂ ਨੂੰ ਚਾਹੀਦਾ ਕਿ ਉਹ ਤਾਂ ਪੂਰੇ ਦੇਸ਼ ਨੂੰ ਬੈਸਟ ਇੰਟਰਸਟ ਵਿੱਚ ਗੱਲ ਕਰਨਾ ਚਾਹੀਦਾ ਹੈ। ਸੋ ਹੁਣ ਕਿਸਾਨ ਬਿਲਕੁਲ ਜਿੱਦਾਂ ਨਾਨਕ ਦੇ ਜਿੱਦਾਂ ਦੀ ਫਿਲਾਸਫੀ ਮੰਗਣ ਲੱਗ ਰਿਹਾ ਕਿ ਦੇ ਆਰ ਜੈਨਰਸ, ਉਹ ਪਰਵਾਹ ਨਹੀਂ ਕਰ ਰਹੇ, ਉਹ ਰੋਟੀਆਂ ਵੀ ਖਿਲਾ ਰਹੇ ਆ, ਉਹਨਾਂ ਨੂੰ ਵੀ ਖਿਲਾ ਰਹੇ ਜਿਹੜੇ ਸਾਨੂੰ ਲਾਠੀਆਂ ਮਾਰ ਰਹੇ ਆ। ਅਤੇ ਉਹ ਤਾਂ ਦੇਸ਼ ਦੀ ਗੱਲ ਕਰ ਰਹੇ ਨੇ, ਪੂਰੇ ਸਮਾਜ ਦੀ ਗੱਲ ਕਰ ਰਹੇ ਨੇ ਕਿ ਇੱਥੇ ਭੁੱਖ ਨਾ ਹੋਵੇ। ਉਹ ਬਿਲਕੁਲ ਰਿਵਰਸ ਹੋਇਆ ਹੋਇਆ। ਅਤੇ ਸਰਕਾਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਕਿ ਪਬਲਿਕ ਪਰਸੈਪਸ਼ਨ ਦੇਸ਼ ਵਿੱਚ ਪੰਜਾਬ ਹੁਣ ਐਂਡ ਸਿੱਖ ਸਭ ਤੋਂ ਪੋਪੂਲਰ ਸਿੰਬਲ ਬਣ ਗਿਆ। ਔਰ ਉਹੀ ਬੀਜੇਪੀ ਜਿਹੜੀ ਇੰਨੀ ਜ਼ਿਆਦਾ ਕਮਿਊਨਲ ਏਜੰਡਾ 'ਤੇ ਆਈ ਸੀ, ਉਹਨਾਂ ਦਾ ਕਮਿਊਨਲ ਏਜੰਡਾ ਹੀ ਅਪੀਲ ਹੀ ਨਹੀਂ ਕਰ ਰਿਹਾ ਲੋਕਾਂ ਨੂੰ। ਤਾਂ ਇਸ ਕਰਕੇ ਹਾਲੇ ਤੱਕ ਤਾਂ ਬਹੁਤ ਵੱਡੀ ਪਰਸੈਪਸ਼ਨ ਦੀ ਲੜਾਈ ਕਿਸਾਨਾਂ ਨੇ ਜਿੱਤ ਲਈ ਹੈ। ਔਰ ਉਹਨਾਂ ਨੇ ਇਮੋਸ਼ਨਲ ਫੋਰਸਿਸ ਜਨਰੇਟ ਕੀਤੀਆਂ ਜਿਹੜੀਆਂ ਪੋਜ਼ੀਟਿਵ ਹੈ। ਜਿਹੜਾ ਪਿਆਰ ਮੁਹੱਬਤ
ਬਣਾ ਰਹੀਆਂ ਔਰ ਜਿੱਦਾਂ ਦੇਸ਼ ਬਣਦੇ ਨੇ ਇੱਦਾਂ ਦੇ ਇਮੋਸ਼ਨ ਨਾਲ ਹੀ ਬਣਦੇ ਨੇ ਉਹ ਜਿਹੜੇ ਦਿਲ ਮਿਲ ਗਏ ਉਹ ਥੋੜ੍ਹੀ ਟੁੱਟਣੇ ਆ ਹੁਣ ਜਿਹਨੇ ਲੰਗਰ ਬਣਾਇਆ ਕਿਸਾਨਾਂ ਲਈ ਔਰ ਜਿੱਥੇ ਘਰ ਉਹਨਾਂ ਨੇ ਖਾਧਾ ਉਹ ਹਰਿਆਣੇ ਦੇ ਪਿੰਡ ਤਾਂ ਉਹਨਾਂ ਦੇ ਆਪਣੇ ਹੋ ਗਏ ਆਲਰੇਡੀ ਉਹ ਕਹਿਣ ਲੱਗ ਪਏ ਕਿ ਯਾਰ ਅਸੀਂ ਅਲੱਗ-ਅਲੱਗ ਕਿਉਂ ਹੋ ਗਏ ਅਸੀਂ ਇਕੱਠੇ ਹੋ ਜਾਂਦੇ ਹਾਂ ਸਾਡਾ ਪਾਣੀ ਦਾ ਮਸਲਾ ਹੀ ਖਤਮ ਹੋ ਜਾਊਗਾ ਇਹ ਗੱਲ ਬਾਰ-ਬਾਰ ਹਾਸੇ ਵਿੱਚ ਬਹੁਤ ਵਾਰੀ ਕਹਿੰਦੇ ਆ ਕਿ ਆਪਾਂ ਐਵੇਂ ਇਕੱਠੇ ਅਲੱਗ ਹੋ ਗਏ ਆਪਾਂ ਹੁਣ ਇਕੱਠੇ ਹੋ ਜਾਂਦੇ ਹਾਂ ਤਾਂ ਕਿ ਕੋਈ ਇੱਕ ਝਗੜਾ ਤਾਂ ਮੁਕਾਈਏ ਸੋ ਮੇਰਾ ਆਖਰੀ ਸਵਾਲ ਹੈ ਬੈਂਸ ਸਾਹਿਬ ਤੁਹਾਨੂੰ ਕੀ ਲੱਗਦਾ ਇੱਥੋਂ ਅੰਦੋਲਨ ਕਿੱਧਰ ਨੂੰ ਜਾ ਰਿਹਾ ਕੀ ਮੋੜ ਲਏਗਾ ਚਾਹੇ ਸੁਪਰੀਮ ਕੋਰਟ ਦਾ ਜੋ ਵੀ ਇੰਟਰਿਮ ਫੈਸਲਾ ਆਇਆ ਇਸ ਤੋਂ ਅੱਗੇ ਤੁਸੀਂ ਕਿੱਥੇ ਦੇਖਦੇ ਹੋ ਅੰਦੋਲਨ ਨੂੰ ਜਾਂਦੇ ਹੋਏ ਹੈ ਤਾਂ ਦੇਖੋ ਬੜਾ ਵੱਡਾ ਚੈਲੰਜ ਹੈ ਬਹੁਤ ਹੀ ਵੱਡਾ ਚੈਲੰਜ ਹੈ ਜਿੱਥੇ ਤੁਹਾਡੇ ਸਾਹਮਣੇ ਇੱਕ ਬਹੁਤ ਵੱਡੇ ਦੇਸ਼ ਦੀ ਆਲਮੋਸਟ 4th ਲਾਰਜੈਸਟ ਆਰਮੀ ਵਾਲਾ ਪ੍ਰਾਈਮ ਮਿਨਿਸਟਰ ਹੋਵੇ ਔਰ ਜਿਹਦਾ ਹੰਕਾਰ ਇੰਨਾ ਪ੍ਰਬਲ ਹੋਵੇ ਔਰ ਜਿਹਦੇ ਹੰਕਾਰ ਨੂੰ ਕੋਈ ਚੈਲੰਜ ਨਾ ਮਿਲਿਆ ਹੋਵੇ ਔਰ ਜਿਹੜਾ ਕਿ ਮੈਜੋਰਿਟੀ ਏਜੰਡਾ ਤੇ ਉਹਨੇ ਆਪਣੀ ਸਪੋਰਟ ਇਕੱਠੀ ਕੀਤੀ ਹੋਵੇ ਤਾਂ ਉਹਦਾ ਸਮਝ ਆਉਂਦਾ ਕਿ ਉਹਨੂੰ ਇਹ ਕੀੜੇ ਮਕੌੜੇ ਲੱਗਦੇ ਹੋਣਗੇ ਉਹਨੂੰ ਸਮਝ ਨਹੀਂ ਆਉਂਦਾ ਕਿ ਕੀੜੇ ਮਕੌੜੇ ਖੁਰਦ-ਬੁਰਦ ਕਿਉਂ ਨਹੀਂ ਹੋ ਰਹੇ ਠੀਕ ਹੈ ਨਾ ਉਹ ਜਿਹੜੀ ਸਟਰਗਲ ਹੁੰਦੀ ਉਹ ਬੜੇ ਹਾਈ ਬਹੁਤ ਹੀ ਵਾਕਈ ਉਹ ਟ੍ਰੈਜਡੀ ਵੀ ਹੁੰਦੀ ਉੱਤੇ ਖੂਨ ਵੀ ਡੁੱਲਦਾ ਹੈ ਮਗਰ ਇਹ ਸਟਰਗਲ ਫਿਰ ਇਹਦੇ ਨਾਲ ਇਤਿਹਾਸ ਵੀ ਬਣਦੇ ਤਾਂ ਦੇਸ਼ ਵੀ ਬਣਦੇ ਉਹਨਾਂ ਦੀ ਜਿਹੜੀ ਗ੍ਰਿਪ ਸੀ ਪ੍ਰੈਜ਼ੈਂਟ ਗਵਰਨਮੈਂਟ ਦੀ ਇੰਨੀ ਵੱਡੀ ਸੀ ਦੇਸ਼ ਵਿੱਚ ਕਿ ਉਹ ਦੇਸ਼ ਨੂੰ ਐਕਚੁਅਲੀ ਤਬਾਹੀ ਕਰ ਰਹੇ ਸੀ ਤੁਹਾਡੀ ਇਕਨੋਮਿਕ ਤਬਾਹੀ ਤਾਂ ਹੋ ਹੀ ਰਹੀ ਹੈ ਸਭ ਨੂੰ ਦਿਖ ਰਿਹਾ ਹੈ ਮਗਰ ਤੁਹਾਡੇ ਹਰ ਵੈਲਿਊ ਸਿਸਟਮ ਦੀ ਤਬਾਹੀ ਹੋ ਰਹੀ ਹੈ ਜਿਹੜਾ ਸਾਡੇ ਸੰਵਿਧਾਨ ਦੀ ਜਿਹੜੀ ਸਪਿਰਿਟ ਹੈ ਉਹ ਵੀ ਖਤਮ ਹੋ ਰਹੀ ਹੈ ਉਹਦਾ ਪ੍ਰੀਐਂਬਲ ਦਾ ਆਲਮੋਸਟ ਹਰ ਕਲੌਜ਼ ਨੂੰ ਉਹਨਾਂ ਨੇ ਵਾਇਲੇਟ ਕੀਤਾ ਹੈ ਆਰਡੀਨਰੀ ਡੈਮੋਕ੍ਰੇਸੀ ਦੇ ਵਿੱਚ ਧਰਮ ਦੇ ਨਾਮ ਤੇ ਵੋਟਾਂ ਨਹੀਂ ਸੀ ਮੰਗ ਸਕਦੇ ਸਿੱਧਾ ਕਹਿ ਰਿਹਾ ਕਨਸਟੀਟਿਊਸ਼ਨ ਪਰ ਸਾਡੇ ਕਿਸੇ ਇੰਸਟੀਟਿਊਸ਼ਨ ਨੇ ਉਹਨੂੰ ਰੋਕ ਨਹੀਂ ਸਕਿਆ ਸੁਪਰੀਮ ਕੋਰਟ ਨਹੀਂ ਰੋਕ ਸਕਿਆ ਇਲੈਕਸ਼ਨ ਕਮਿਸ਼ਨ ਨਹੀਂ ਰੋਕ ਸਕਿਆ ਉਹਨਾਂ ਨੇ ਧਰਮ ਦੇ ਨਾਮ ਤੇ ਵੋਟਾਂ ਮੰਗੀਆਂ ਮੰਦਰ ਬਣਾਏ ਸਰਕਾਰ ਬਣਾਈ ਤੇ ਕਾਨੂੰਨ ਪਾਸ ਕੀਤੇ ਤਾਂ ਜਿਹੜੀ ਸਰਕਾਰ ਧਰਮ ਦੇ ਨਾਮ ਤੇ ਮੰਨੀ ਹੈ ਨਾ ਸੈਕੂਲਰ ਕੰਟਰੀ ਉਸ ਕੰਟਰੀ ਨੂੰ ਰੋਕ ਨਹੀਂ ਸਕਿਆ ਸਾਡਾ ਸੁਪਰੀਮ ਕੋਰਟ ਜਿਹੜਾ ਕਿ ਸਾਡੇ ਸੰਵਿਧਾਨ ਦੀ ਉਹਨੇ ਰੱਖਿਆ ਕਰਨੀ ਸੀ ਤੇ ਉਹ ਸੁਪਰੀਮ ਕੋਰਟ ਜਿਹੜਾ ਇਹ ਕਲੀਅਰ ਕਮਿਊਨਲ ਏਜੰਡੇ ਨੂੰ ਰੋਕ ਨਹੀਂ ਸਕਿਆ ਤੇ ਕਿਸਾਨਾਂ ਦਾ ਜਿਹੜਾ ਐਕਚੁਅਲੀ ਸੈਕੂਲਰ ਏਜੰਡਾ ਹੈ ਜਿਹੜਾ ਦੇਸ਼ ਦੇ ਗਰੀਬਾਂ ਦੇ ਹੱਕ ਵਿੱਚ ਹੈ ਤੇ ਸਾਰੇ ਕਿਸਾਨ ਉਸ ਗੱਲ ਨੂੰ ਸਮਝਣ ਲੱਗ ਪਏ ਨੇ ਕਿਉਂਕਿ ਤੁਸੀਂ ਕਿੰਨੀ ਦੇਰ ਬੇਵਕੂਫ ਨਾ ਹੋਗੇ ਇਹ ਪੁਰਾਣੀ ਗੱਲ ਹੈ ਨਾ ਕਿ ਸਾਰੀ ਉਮਰ ਥੋੜੀ ਬਣਾ ਲਓਗੇ ਹਮੇਸ਼ਾ ਨਹੀਂ ਥੋੜੀ ਤੁਸੀਂ ਹਰ ਬੰਦੇ ਨੂੰ ਬੇਵਕੂਫ ਬਣਾ ਲਓਗੇ ਤੇ ਸਰਕਾਰ ਦਾ ਜਿਹੜਾ ਬੇਵਕੂਫ ਬਣਾਉਣ ਦਾ ਏਜੰਡਾ ਕਿਉਂਕਿ ਅਨਲੈਸ ਤਾਂ ਕੋਈ ਕੰਟੈਂਟ ਹੁੰਦਾ ਤਾਂ ਉਹ ਗੱਲ ਉੱਤੇ ਫਲ ਆਉਂਦਾ ਉਹ ਬਿਲਕੁਲ ਐਮਟੀ ਰੈਟੋਰਿਕ ਸੀ ਸਰਕਾਰ ਦੇ ਬਿਲਕੁਲ ਸਲੋਗਨਿੰਗ ਸੀ ਤੇ ਉਹ ਸਰਕਾਰ ਦੀ ਜਿਹੜੀ ਪਰਸੈਪਸ਼ਨ ਜਿਹੜੇ ਉਹਨਾਂ ਨੇ ਸੋਚਿਆ ਕਿ ਮਾਸ ਮੀਡੀਆ ਇਜ਼ ਐਵਰੀਥਿੰਗ ਇਹ ਬੜਾ ਕਾਮਨ ਸ਼ਬਦ ਹੈ ਪੋਲੀਟੀਸ਼ੀਅਨ ਦਾ ਕਿ ਪਰਸੈਪਸ਼ਨ ਇਜ਼ ਐਵਰੀਥਿੰਗ ਪਰਸੈਪਸ਼ਨ ਇਜ਼ ਨਾਟ ਐਵਰੀਥਿੰਗ ਫॉर ਸਮ ਟਾਈਮ ਇਟ ਇਜ਼ ਐਵਰੀਥਿੰਗ ਉਸ ਤੋਂ ਬਾਅਦ ਚੱਟੀ ਫਾਲ ਅਪਾਰਟ ਹੋ ਜਾਂਦੀ ਹੈ ਤੇ ਸਰਕਾਰ ਨੇ ਜਿੰਨਾ ਮੈਨੇਜਮੈਂਟ ਕੀਤਾ ਸੀ ਪਰਸੈਪਸ਼ਨ ਬਣਾਉਣ ਦਾ ਕਿ ਅਸੀਂ ਚੰਗੇ ਆ ਮਾਰ ਚੰਗੇ ਆ ਉਹ ਸਾਰੀ ਖਤਮ ਕਰਤੇ ਕਿਸਾਨਾਂ ਦੇ ਔਰ ਉਹਨਾਂ ਦੀ ਸਫਰਿੰਗ ਐਂਡ ਪ੍ਰੋਟੈਸਟ ਐਂਡ ਇਮਾਨਦਾਰੀ ਨਾਲ ਤਾਂ ਇਸ ਕਰਕੇ ਸਟਰਗਲ ਤਾਂ ਹਲੇ ਬੜੇ ਟ੍ਰੈਜਿਕ ਮੋਡ ਲੈ ਸਕਦੀ ਹੈ ਮਗਰ ਇਟ ਇਜ਼ ਵਰਥ ਡੂਇੰਗ ਇਟ ਇਹ ਬਿਲਕੁਲ ਉਹੋ ਜਿਹੀ ਗੱਲ ਹੈ ਕਿ ਕਈ ਵਾਰੀ ਸਾਹਿਬਜ਼ਾਦਿਆਂ ਨੂੰ ਫਾਂਸੀ ਲੱਗਣੀ ਹੋਈ ਹੈ ਕਈ ਵਾਰੀ ਤੁਹਾਨੂੰ ਆਪਣੀ ਆਹੂਤੀ ਦੇਣੀ ਹੋ ਪੈਂਦੀ ਹੈ ਤੇ ਹੁਣ ਲੱਗਦਾ ਕਿ ਕਈ 100 ਕਿਸਾਨਾਂ ਨੇ ਆਪਣੀ ਸੈਕਰੀਫਾਈਸ ਸ਼ਹੀਦੀ ਪਾਉਣੀ ਪੈਣੀ ਹੈ ਮਗਰ ਉਹ ਵਰਥਵਾਈਲ ਹੈ ਕਿਉਂਕਿ ਇਹ ਦੇਸ਼ ਦੀ ਫਿਊਚਰ ਲਈ ਔਰ ਦੇਸ਼ ਦੇ ਪੋਲਿਟਿਕਸ ਲਈ ਬੜਾ ਇੰਪੋਰਟੈਂਟ ਹੈ ਬੈਂਡ ਹੋਏਗੀ ਸੁਪਰੀਮ ਕੋਰਟ ਵੀ ਬੈਂਡ ਹੋਏਗਾ ਸਰਕਾਰ ਵੀ ਬੈਂਡ ਹੋਏਗੀ ਹੋਪਫੁਲੀ ਹੈ ਕਿ ਉਹ ਬੈਂਡ ਸ਼ਾਂਤੀ ਤਰੀਕੇ ਨਾਲ ਹੋ ਜਾਣ ਹੋਰ ਜ਼ਿਆਦਾ ਸ਼ਹੀਦੀਆਂ ਨਾ ਪਾਉਣੀਆਂ ਪੈਣ ਮਗਰ ਮੇਰੇ ਹਿਸਾਬ ਨਾਲ ਇਹ ਪ੍ਰੋਟੈਸਟ ਚੱਲਣੀ ਹੀ ਚਾਹੀਦੀ ਹੈ ਜਦ ਤੱਕ ਇਹ ਪੂਰਾ ਦੇਸ਼ ਦੇ ਅਗਲੀ ਇਲੈਕਸ਼ਨ ਦਾ ਚੱਲਣੀ ਚਾਹੀਦੀ ਹੈ ਜਦ ਤੱਕ ਕਿਸੇ ਸਰਕਾਰ ਨੂੰ ਨਾ ਬਦਲ ਸਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਬੈਂਸ ਸਾਹਿਬ ਦੇਸ਼ ਪ੍ਰਦੇਸ਼ ਟੀਵੀ ਨਾਲ ਗੱਲ ਕਰਨ ਦਾ ਸ਼ੁਕਰੀਆ ਸੋ ਦੋਸਤੋ ਇਸ ਸਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਜਿਹੜੇ ਸਾਡੇ ਲਈ ਪੂਰੀ ਇਸ ਜਿਹੜਾ ਸੁਪਰੀਮ ਕੋਰਟ ਦਾ ਕੱਲ੍ਹ ਇੰਟਰਿਮ ਆਰਡਰ ਆਇਆ ਉਸ ਦੀ ਪੂਰੀ ਡਾਇਸੈਕਸ਼ਨ ਕਰ ਰਹੇ ਸੀ ਪੂਰੀ ਚੀਰ-ਫਾੜ ਕਰ ਰਹੇ ਸੀ ਆਪਾਂ ਨੂੰ ਹਰ ਤਰ੍ਹਾਂ ਦੇ ਜਿਹੜੇ ਕਾਨੂੰਨੀ ਨੁਕਤੇ ਆ ਉਹਨਾਂ ਬਾਰੇ ਜਾਣਕਾਰੀ ਦੇ ਰਹੇ ਸੀ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਵੀ ਕਿਹਾ ਕਿ ਜਿਹੜੇ ਕੋਈ ਵੀ ਕਾਨੂੰਨ ਬਣਦਾ ਜੇ ਉਹ ਮਨੁੱਖੀ ਅਧਿਕਾਰ ਦੀ ਕੋਈ ਵਾਇਲੇਸ਼ਨ ਆ ਜਾਂ ਉਹ ਸੰਵਿਧਾਨਿਕ ਨਹੀਂ ਹੈ ਤੇ ਸੁਪਰੀਮ ਕੋਰਟ ਕੋਲੇ ਪੂਰੇ ਅਧਿਕਾਰ ਨੇ ਉਹਨੂੰ ਰੋਕ ਲਾਉਣ ਦੇ ਉਹਨੂੰ ਰੱਦ ਕਰਨ ਦੇ ਵੀ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਦੇ ਕਈ ਫੈਸਲੇ ਲੋਕਾਂ ਦੇ ਜਾਂ ਕਿਸਾਨਾਂ ਦੇ ਹੱਕ ਵਿੱਚ ਨਹੀਂ ਆ ਇਸ ਕਰਕੇ ਉਹਨੂੰ ਵੀ ਆਉਣ ਵਾਲੇ ਦਿਨਾਂ 'ਚ ਚੁੱਕਣਾ ਪਊਗਾ ਤੇ ਇਸ ਤਰ੍ਹਾਂ ਦੇ ਅੰਦੋਲਨ ਚੱਲਣੇ ਬਹੁਤ ਜ਼ਰੂਰੀ ਹੈ ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਕਿ ਲੋਕਤੰਤਰ ਕੀ ਆ ਔਰ ਡੈਮੋਕ੍ਰੇਸੀ ਕੀ ਆ ਕੈਮਰਾਮੈਨ ਸੁਨੀਲ ਅਤੇ ਰਾਜੇਸ਼ ਦੇ ਨਾਲ ਮਨਪ੍ਰੀਤ ਰੰਧਾਵਾ ਚੰਡੀਗੜ੍ਹ।